ਪੰਜਾਬ ਦੇ ਜਿਹੜੇ ਪੁੱਤ ਆ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਬਾਹਰੋਂ ਲਿਆ ਕੇ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ। ਇਹਨਾਂ ਦੀ ਪਾਲਿਸੀ ਹੈ, ਬੰਦੇ ਕੱਢ ਕੇ ਇੱਕਦਮ ਬਾਹਰ ਮਾਰਿਆ। ਸਾਡੇ ਕੋਲੇ ਵੀ ਇਹੀ ਮੈਸੇਜ ਆਇਆ ਜਿਹੜਾ ਇਹਨਾਂ ਨੂੰ ਦਿੱਤਾ ਕਿ ਜੀ ਤੁਸੀਂ ਸਾਡੇ ਕੋਲੇ 30 ਤਰੀਕ ਤੱਕ ਉਦੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਜਾਓ। हमें तो ऊपर से लिस्ट आती है साहब, हमारे पास बॉम्बे से आती है लिस्ट। ਅਗਰ ਆਪਣੇ ਘਰ ਦੇ ਵਿੱਚ ਰੋਟੀ ਹੋਏਗੀ ਨਾ ਫਿਰ ਹੀ ਆਪਾਂ ਕਮਾਨ ਬਾਹਰ ਜਾ ਸਕਾਂਗੇ ਨਾ। ਤੁਸੀਂ ਇਹ ਦੱਸੋ ਕਿ ਮੇਰਾ ਬੱਚਾ ਘਰ ਭੁੱਖਾ ਮਰ ਰਿਹਾ ਕਿ ਮੈਂ ਜੋਬ ਲੱਭ ਸਕਾਂਗੀ? ਸਰ ਇਹ ਤਾਂ ਸਾਡੇ ਨਾਲ ਇਹ ਹੋਗਾ ਕਿ ਹੁਣ ਤੁਸੀਂ ਨਰੇਗਾ ਚਲੇ ਜਾਓ ਔਰ ਬੱਠਲ ਚੱਕੋ। हम किसी का पैसा नहीं रखते हैं सर, और ना हमें चाहिए। ਅਸੀਂ 8 ਘੰਟੇ ਦੀ ਸੈਲਰੀ ਕਿਉਂ ਲਵਾਂਗੇ ਬਈ? ਸਾਨੂੰ ਜਾਂ ਤਾਂ 9 ਘੰਟੇ ਦੀ ਸੈਲਰੀ ਦਿਓ, ਜਿਹੜੇ 9 ਚ ਕੰਮ ਕਰ ਰਹੇ ਜਾਂ 12 ਚ ਕੰਮ ਕਰ ਰਹੇ ਸੀ ਉਹਨਾਂ ਨੂੰ 12 ਘੰਟੇ ਦੀ ਸੈਲਰੀ ਦਿਓ। ਦੂਜੀ ਗੱਲ, ਅਸੀਂ 1 ਮਹੀਨੇ ਦੀ ਸੈਲਰੀ ਕਿਉਂ ਲਵਾਂਗੇ? ਠੀਕ ਹੈ, ਸਾਨੂੰ 3 ਮਹੀਨੇ ਸੈਲਰੀ ਦਿਓ, ਸਾਨੂੰ ਜਾਂਦੇ ਸਰ ਜੌਬ ਤਾਂ ਮਿਲਦੀ ਨਹੀਂ। ਸਾਨੂੰ ਜੌਬ ਦੇਣਾ, ਸਾਨੂੰ 3 ਮਹੀਨਿਆਂ ਦੀ ਤਨਖਾਹ ਵੀ ਨਹੀਂ ਚਾਹੀਦੀ, ਸਾਡਾ ਘਰ ਚੱਲਦਾ ਹੋ ਜਾਏਗਾ। ਬਾਪੂ ਆ ਘਰੇ, ਉਹਦੇ ਸੱਟ ਲੱਗੀ ਹੋਈ ਆ, ਉਹ ਵੀ ਮੰਜੇ ਤੇ, ਉਹ ਵੀ ਦਵਾਈ ਦਾ ਖਰਚਾ। ਹਾਂਜੀ, ਉਹ ਵੀ ਮੇਰੇ ਤੇ ਹੈ। ਮੇਰੀ ਵਾਈਫ ਵੀ ਬਿਮਾਰ ਰਹਿੰਦੀ ਆ, ਪੂਰਾ ਮਾਲਾ ਸਾਰਾ ਘਰ ਦਾ ਖਰਚਾ ਹੀ ਮੇਰੇ ਤੇ ਚੱਲਦਾ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਬਠਿੰਡਾ ਦੇ ਰਿਲਾਇੰਸ ਮਾਲ ਦੇ ਅੱਗੇ ਖੜੇ ਹਾਂ ਤੇ ਮੇਰੇ ਪਿੱਛੇ ਭੀੜ ਜਿਹੜੀ ਆ ਉਹ ਤੁਸੀਂ ਦੇਖ ਰਹੇ ਹੋ। ਇਹ ਭੀੜ ਉਹ ਆ ਜਿਹੜੇ ਕੱਲ ਤੱਕ ਰੁਜ਼ਗਾਰ ਕਰਦੇ ਸੀ, ਜਿਹੜੇ ਕੱਲ ਤੱਕ 20,000 25,000 ਸੈਲਰੀ ਜਿਹੜੇ ਉਹ ਲੈਂਦੇ ਸੀ, ਪਰ ਬੀਤੇ ਅੱਜ ਤੋਂ ਇਹ ਬੇਰੁਜ਼ਗਾਰ ਨੇ। ਬੇਰੁਜ਼ਗਾਰ ਬਿਨਾਂ ਕਿਸੇ ਨੋਟਿਸ ਤੋਂ ਕੀਤੇ ਗਏ ਨੇ, ਬੇਰੁਜ਼ਗਾਰ ਬਿਨਾਂ ਕਿਸੇ ਦੱਸੇ ਤੋਂ ਕੀਤੇ ਗਏ ਨੇ। ਮਹਿਜ਼ ਇੱਕ ਮੈਸੇਜ ਆਉਂਦਾ ਹੈ, ਬਾਈ ਜੀ ਦਿਖਾਓਗੇ, ਮਹਿਜ਼ ਇੱਕ ਮੈਸੇਜ ਆਉਂਦਾ ਆ। ਇੱਕ ਮੈਸੇਜ ਦੇ ਜ਼ਰੀਏ ਜਿਹੜਾ ਆ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਆ ਕਿ ਭਾਈ ਤੁਸੀਂ ਅੱਜ ਤੋਂ ਬਾਅਦ ਸਾਡੇ ਕੰਮ ਜਿਹੜਾ ਉਹ ਨਹੀਂ ਕਰੋਗੇ। ਹਾਲਾਂਕਿ ਜੇਕਰ ਮੈਸੇਜ ਤੇ ਤੁਸੀਂ ਨਿਗਾਹ ਜਿਹੜੀ ਆ ਉਹ ਮਾਰੋਗੇ, ਇਸ ਦੇ ਵਿੱਚ ਸਾਫ਼-ਸਾਫ਼ ਇਹ ਕਿਹਾ ਗਿਆ ਕਿ 1 ਮਹੀਨੇ ਦਾ ਨੋਟਿਸ ਤੁਹਾਨੂੰ ਦਿੱਤਾ ਜਾਂਦਾ ਆ ਤੇ 1 ਮਹੀਨੇ ਦੀ ਸੈਲਰੀ ਜਿਹੜੀ ਆ ਉਹ ਤੁਹਾਨੂੰ ਦਿੱਤੀ ਜਾਵੇਗੀ। ਪਰ ਅੱਜ ਪਤਾ ਇਹਨਾਂ ਨੂੰ ਇਹ ਲੱਗਦਾ ਆ ਕਿ ਤੁਸੀਂ ਬੀਤੇ ਕੱਲ ਤੋਂ ਜਿਹੜਾ ਆ ਉਹ ਨੌਕਰੀ ਤੇ ਨਹੀਂ ਆਓਗੇ। ਪੂਰਾ ਮਾਮਲਾ ਕੀ ਆ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ ਕੀ ਨਾਮ ਹੈ? ਬਾਈ ਮੇਰਾ ਨਾਮ ਕਰਨਪ੍ਰੀਤ ਸਿੰਘ ਹੈ ਜੀ। ਇਹ ਕੀ ਮਾਮਲਾ ਪੂਰਾ? ਇਹ ਮਾਮਲਾ ਜੀ ਸਰ, ਇੱਥੇ ਅਸੀਂ ਜੌਬ ਕਰਦੇ ਹਾਂ। ਮੈਂ ਕਰਦਾ 2017 ਤੋਂ ਜੌਬ ਕਰ ਰਿਹਾ ਇੱਥੇ। ਕਈ ਮੇਰੇ ਤੋਂ ਪਹਿਲਾਂ ਦੇ ਵੀ ਨੇ, ਕਈ ਮੇਰੇ ਤੋਂ ਬਾਅਦ ਦੇ ਵੀ ਨੇ। ਜਦੋਂ ਅਸੀਂ ਕੱਲ ਔਨ ਡਿਊਟੀ ਸੀਗੇ, ਅਸੀਂ ਮਤਲਬ ਨੀਅਰ ਅਬਾਊਟ ਸਾਡੀ ਸ਼ਿਫਟ ਸ਼ੁਰੂ ਹੁੰਦੀ ਹੈ 1:30 ਵਜੇ। ਅਸੀਂ ਸਾਰੇ 1:30 ਵਜੇ ਆਪਦੀ ਡਿਊਟੀ ਤੇ ਪਹੁੰਚੇ। ਇਹਨਾਂ ਨੇ 2 ਵਜੇ ਸਾਡੇ ਰੰਧਾਵਾ ਸਾਹਿਬ ਨੇ ਜੋ ਅੰਮ੍ਰਿਤਸਰ ਬੈਠਦੇ ਨੇ, ਉਹਨਾਂ ਨੇ ਇੱਕ ਤੁਹਾਨੂੰ ਮੈਸੇਜ ਤੁਸੀਂ ਦੇਖਿਆ ਹੀ ਆ, ਉਹ ਮੈਸੇਜ ਪਾਇਆ ਵੀ ਜੋ ਸਾਡੀ ਜਿਹੜੀ ਰਿਲਾਇੰਸ ਕੰਪਨੀ ਆ ਜਾਂ ਐਕਸਲ ਆ ਉਹ ਬੰਦਿਆਂ ਦੀ ਛਾਂਟੀ ਕਰ ਰਹੀ ਹੈ। ਐਂ ਕਰਕੇ 4 ਵਜੇ ਤੁਹਾਨੂੰ ਲਿਸਟ ਅਪਡੇਟ ਹੋ ਜਾਊਗੀ। ਜਿਹਦਾ ਲਿਸਟ 'ਚ ਨਾਮ ਹੋਊਗਾ ਉਹ ਬੰਦੇ ਡਿਊਟੀ ਤੇ ਆਉਣਗੇ ਕੱਲ੍ਹ ਨੂੰ, ਤੇ ਜਿਨ੍ਹਾਂ ਦਾ ਲਿਸਟ 'ਚ ਨਾਮ ਨਹੀਂ ਹੈਗਾ ਉਹ ਬੰਦੇ ਕੱਲ੍ਹ ਨੂੰ ਡਿਊਟੀ ਤੇ ਨਹੀਂ ਆਉਣਗੇ। ਸਾਨੂੰ ਇਹਨਾਂ ਦਾ ਕੋਈ ਨੋਟਿਸ ਪੀਰੀਅਡ ਨਹੀਂ ਆਇਆ। ਸਾਨੂੰ 10 ਦਿਨ ਪਹਿਲਾਂ, ਸਾਨੂੰ 2 ਘੰਟੇ ਪਹਿਲਾਂ, ਸਾਨੂੰ 5 ਮਿੰਟ ਪਹਿਲਾਂ ਕਿਸੇ ਨੇ ਨਹੀਂ ਦੱਸਿਆ। ਠੀਕ ਆ, ਹਾਂ ਕਿ ਹਾਈ ਕਮਾਂਡ ਨੂੰ ਅਸੀਂ ਰੋਜ਼ ਪੁੱਛਦੇ ਸੀ, ਸਾਡੇ ਸਾਹਿਬ ਆ ਜਿਹੜੇ ਉਹਨਾਂ ਨੂੰ ਪੁੱਛਦੇ ਸੀ, ਸਾਹਿਬ ਸਾਨੂੰ ਦੱਸ ਦਿਓ, ਅਸੀਂ ਆਪਦਾ ਕੋਈ ਹੋਰ ਸੋਲੂਸ਼ਨ ਦੇਖ ਲੈਂਦੇ ਹਾਂ, ਹੈ ਨਾ, ਵੀ ਕਿਤੇ ਹੋਰ ਜੌਬ ਦੇਖ ਲੈਂਦੇ ਹਾਂ, ਸਾਡੇ ਕੋਲ ਟਾਈਮ ਪੀਰੀਅਡ ਹੈਗਾ। ਹੁਣ ਜਿਵੇਂ ਸਰ ਅਸੀਂ ਕੱਲ੍ਹ ਜੌਬ ਤੇ ਗਏ ਹਾਂ, ਅੱਜ ਕੱਲ੍ਹ ਸਾਨੂੰ ਕਹਿਤਾ ਵੀ ਤੁਸੀਂ ਕੱਲ੍ਹ ਤੋਂ ਜੌਬ ਨਾ ਆਓ, ਫਿਰ ਦੱਸੋ ਅਸੀਂ ਕੀ ਕਰਾਂਗੇ? ਇਹ ਜਿਹੜਾ ਬੰਦਾ 20,000 ਤੇ ਜੌਬ ਕਰ ਰਿਹਾ ਜਾਂ 22 ਤੇ ਕਰ ਰਿਹਾ ਜਾਂ 23 ਤੇ ਕਰ ਰਿਹਾ, ਉਹਨੂੰ ਇੱਕ ਮੌਕੇ ਜਾ ਕੇ 23,000 ਦੀ ਜੌਬ ਨਹੀਂ ਮਿਲਦੀ। ਹੁਣ ਆਹ ਮੈਡਮ ਨੇ, ਇਹਨਾਂ ਦੀ ਮਤਲਬ 2013 ਦੀ ਜੁਆਇਨਿੰਗ ਆ ਬਾਈ, 2013 ਦੀ। ਉਰੇ ਮੈਡਮ 2013 ਦੀ ਜੁਆਇਨਿੰਗ, ਇਹਨਾਂ ਕੋਲ ਆਈ ਕਾਰਡ ਆ ਬਕਾਇਦਾ, ਤੁਸੀਂ ਦੇਖ ਸਕਦੇ ਹੋ। 28 ਨਵੰਬਰ 2013, ਠੀਕ ਹੈ, ਬਕਾਇਦਾ ਸਾਰਿਆਂ ਕੋਲ ਆਈ ਕਾਰਡ ਨੇ। ਇਹ ਹੁਣ ਇਹ ਤੁਹਾਨੂੰ ਲੱਗਦਾ ਵੀ ਤੁਹਾਨੂੰ 23,000 ਦੀ ਡਿਊਟੀ ਇਹਨਾਂ ਨੂੰ ਕਿਤੇ ਹੋਰ ਮਿਲ ਜੂਗੀ? ਨਹੀਂ ਮਿਲ ਸਕਦੀ ਨਾ ਸਾਹਿਬ। ਇਹੀ ਸਾਡਾ ਰੌਲਾ ਵੀ ਸਾਨੂੰ ਜਾਂ ਤਾਂ ਡਿਊਟੀ 'ਤੇ ਰੱਖਿਆ ਜਾਵੇ, ਜਿਹੜੇ ਮੈਡਮ ਚੱਲ ਜਿਨ੍ਹਾਂ ਨੂੰ ਨਹੀਂ ਜੌਬ ਮਿਲਦੀ ਛੇਤੀ ਹੈ ਨਾ, ਉਹਨਾਂ ਨੂੰ 12 ਘੰਟੇ ਦੀ ਡਿਊਟੀ 'ਤੇ ਰੱਖਿਆ ਜਾਵੇ ਜਾਂ ਸਾਨੂੰ 3 ਮਹੀਨਿਆਂ ਦੀ ਸੈਲਰੀ ਦਿੱਤੀ ਜਾਵੇ। ਪਰ ਇਹ ਮੈਸੇਜ ਦੇ ਵਿੱਚ ਤਾਂ ਜਿਹੜਾ ਬਾਈ ਹੋਰੇ ਦਿਖਾ ਰਹੇ ਸੀ ਉਸ ਦੇ ਵਿੱਚ ਬਕਾਇਦਾ ਲਿਖਿਆ ਤਾਂ ਕਿ ਤੁਹਾਨੂੰ 1 ਮਹੀਨੇ ਦਾ ਨੋਟਿਸ ਦਿੱਤਾ ਜਾਂਦਾ ਹੈ, ਨਾਲ 1 ਮਹੀਨੇ ਦੀ ਸੈਲਰੀ, ਉਹ ਚੀਜ਼ ਨਹੀਂ ਮਿਲਦੀ। ਸੈਲਰੀ ਕਈਆਂ ਦੀ ਇਹਨਾਂ ਨੇ ਪਾਈ ਆ ਵੀਰੇ, ਮੈਂ ਤੁਹਾਨੂੰ ਸਹੀ ਗੱਲ ਦੱਸਦਾ ਵੀ ਮਤਲਬ ਨੀਅਰ ਅਬਾਊਟ 4 ਜਾਂ 5 ਜਣਿਆਂ ਦੀ ਆਈ ਹੋਣੀ। ਉਹ ਆਈ ਆ 8 ਘੰਟਿਆਂ ਦੀ। ਇਹਨਾਂ ਨੇ ਉਹੀ ਤੁਹਾਨੂੰ ਦੱਸਿਆ ਨਾ, ਪਹਿਲਾਂ 12 ਘੰਟੇ ਡਿਊਟੀ ਲੈਂਦੇ ਸੀ, ਫਿਰ 9 ਘੰਟੇ, ਫਿਰ 8 ਘੰਟੇ। 8 ਘੰਟੇ ਦੀ ਸੈਲਰੀ ਸਾਨੂੰ ਅਸੀਂ ਕਿਉਂ ਲਵਾਂਗੇ ਜਦੋਂ ਅਸੀਂ 8 ਘੰਟੇ ਦੀ ਡਿਊਟੀ ਕੀਤੀ ਨਹੀਂ? 8 ਘੰਟੇ ਦੀ ਡਿਊਟੀ ਤਾਂ ਅੱਜ ਤੋਂ ਹੋਈ ਆ ਨਾ। ਸਾਨੂੰ ਤਾਂ ਸਾਡਾ ਤਾਂ ਸਵੇਰ ਤੋਂ ਰਿਜ਼ਾਈਨ ਹੋ ਗਿਆ 12 ਵਜੇ ਤੋਂ ਬਾਅਦ ਰਾਤ ਨੂੰ। ਅਸੀਂ 8 ਘੰਟੇ ਦੀ ਸੈਲਰੀ ਕਿਉਂ ਲਵਾਂਗੇ ਬਈ? ਸਾਨੂੰ ਜਾਂ ਤਾਂ 9 ਘੰਟੇ ਦੀ ਸੈਲਰੀ ਦਿਓ, ਜਿਹੜੇ 9 'ਚ ਕੰਮ ਕਰ ਰਹੇ ਜਾਂ 12 'ਚ ਕੰਮ ਕਰ ਰਹੇ ਸੀ ਉਹਨਾਂ ਨੂੰ 12 ਘੰਟੇ ਦੀ ਸੈਲਰੀ ਦਿਓ। ਠੀਕ ਹੈ, ਦੂਜੀ ਗੱਲ, ਅਸੀਂ 1 ਮਹੀਨੇ ਦੀ ਸੈਲਰੀ ਕਿਉਂ ਲਵਾਂਗੇ? ਠੀਕ ਹੈ, ਸਾਨੂੰ 3 ਮਹੀਨੇ ਸੈਲਰੀ ਦਿਓ, ਸਾਨੂੰ ਜਾਂਦੇ ਸਰ ਜੌਬ ਤਾਂ ਮਿਲਦੀ ਨਹੀਂ। ਠੀਕ ਹੈ, 10,000 'ਚ ਵੀਰੇ ਤੁਸੀਂ ਵੀ ਮੰਨਦੇ ਵੀ ਗੁਜ਼ਾਰਾ ਨਹੀਂ ਹੁੰਦਾ। ਠੀਕ ਹੈ, ਜੇ ਹੁਣ ਅਸੀਂ ਇਕੱਲੇ ਰਹਿੰਦੇ ਹਾਂ, ਕਈ ਬੰਦੇ ਇੱਥੋਂ ਮੁਕਤਸਰ ਤੋਂ ਇੱਥੇ ਡਿਊਟੀ ਕਰਨ ਆਉਂਦੇ ਆ, ਕਈ ਬੰਦੇ ਰਾਮਪੁਰੇ ਤੋਂ ਇੱਥੇ ਡਿਊਟੀ ਕਰਨ ਆਉਂਦੇ ਆ। ਇਹ ਬੰਦਿਆਂ ਨੇ ਜਮਾ ਵੀ ਨਹੀਂ ਸੋਚਿਆ ਵੀ ਹਾਂ ਉਹ ਕੀ ਕਰਨਗੇ ਬਈ। ਇਹਨਾਂ ਕੋਲ ਅਲਟੀਮੇਟ ਸੀਗੇ ਪਹਿਲਾਂ, ਛਾਂਟੀ ਕਰਕੇ ਇਹਨਾਂ ਨੇ ਉੱਪਰ ਲਿਸਟਾਂ ਭੇਜੀਆਂ ਨੇ, ਫੇਰ ਹੀ ਲਿਸਟਾਂ ਅਪਡੇਟ ਹੋਈਆਂ ਨੇ, ਫੇਰ ਹੀ ਥੱਲੇ ਆਈਆਂ ਨੇ। ਐਂ ਤਾਂ ਹੈ ਨਹੀਂ ਆ ਵੀ ਕਿਸੇ ਨੂੰ ਉੱਪਰ ਸੀਨੀਅਰ ਨੂੰ ਕੌਣ ਪਤਾ ਵੀ ਕੌਣ ਕਰ ਰਿਹਾ ਜੌਬ, ਕੌਣ ਨਹੀਂ ਕਰ ਰਿਹਾ, ਹੈ ਨਾ। ਇੱਥੋਂ ਲਿਸਟਾਂ ਗਈਆਂ ਨੇ ਵੀ ਸਾਡੇ ਆਹ ਬੰਦੇ ਨੇ, ਇਹਨਾਂ ਨੂੰ ਰੱਖਿਆ ਜਾਵੇ, ਆਹ ਬੰਦੇ ਇਹਨਾਂ ਨੂੰ ਘਰੇ ਭੇਜਿਆ ਜਾਵੇ। ਇਹ ਕੰਟਾ ਛੱਟੀ ਕਿਹੜੇ ਆਧਾਰ ਤੇ ਹੋਈ ਆ, ਕੁਝ ਪਤਾ ਲੱਗਿਆ ਇਸ ਚੀਜ਼ ਦਾ? ਇਹ ਤਾਂ ਸਰ ਵੀ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਸੀਗੇ ਕੋਈ, ਉਹ ਇਹਨਾਂ ਨੇ ਰੱਖ ਲਿਆ ਸਰ, ਜਿਹੜੇ ਕੋਈ ਨਹੀਂ ਸੀਗੇ ਉਹ ਬਸ ਕੱਢਤੇ।
ਕਿੰਨੇ ਕੱਢਿਆ ਟੋਟਲ? ਆਪਣੇ ਕਿੰਨੇ 200 ਬੰਦਿਆਂ ਚੋਂ 64 ਬੰਦੇ ਰੱਖੇ ਗਏ ਆ ਬਾਈ ਜੀ, ਹੁਣ ਤੁਸੀਂ ਦੇਖ ਲਓ 200 ਬੰਦਿਆਂ ਦੇ ਵਿੱਚ 64 ਰੱਖੇ ਬਸ ਬਈ ਇਕੱਲੇ ਇੱਧਰ ਦੀ ਨਹੀਂ ਗੱਲ, ਮੈਂ ਤੁਹਾਡੇ ਨਾਲ ਇੱਕ ਦਿਨ ਫੋਨ ਤੇ ਵੀ ਗੱਲ ਕਰੀ ਸੀ, ਇਹਨਾਂ ਨੇ ਟੈਲੀਕਾਮ ਮਹਿਕਮੇ ਦੇ ਵਿੱਚੋਂ ਵੀ ਬੰਦੇ ਕੱਢੇ ਆ। ਮੈਂ ਇੱਥੇ ਮੁਕੇਸ਼ ਅੰਬਾਨੀ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹਣਾ ਕਿ ਮੁਕੇਸ਼ ਅੰਬਾਨੀ ਦੇ ਫਾਦਰ ਜੀ ਧੀਰੂਭਾਈ ਅੰਬਾਨੀ ਦੀ ਸੋਚ ਸੀਗੀ, ਕਿਉਂਕਿ ਜਿਸ ਦਿਨ ਫਸਟ ਦਿਨ ਉਹਨਾਂ ਨੇ ਇੰਟਰਵਿਊ ਰੱਖੀ ਸੀਗੀ ਉਸ ਦਿਨ ਜਿਹੜਾ ਹੈਗਾ ਕੋਈ ਵੀ ਬੰਦਾ ਨਹੀਂ ਸੀ ਪਹੁੰਚਿਆ, ਕੇਵਲ ਔਰ ਕੇਵਲ, ਕਿਉਂਕਿ ਬੰਬੇ ਦੇ ਵਿੱਚ ਹੜ੍ਹ ਆ ਗਏ ਸੀ, ਕੇਵਲ ਫੌਜੀ ਪਹੁੰਚੇ ਸੀ। ਤੇ ਇਹ ਵੀ ਜਿਹੜੇ ਸਿਕਿਉਰਿਟੀ ਵਾਲੇ ਆ ਵੀ ਤਕਰੀਬਨ ਫੌਜੀਆਂ ਦੇ ਨਾਲ ਦੇ ਨੇ। ਹੁਣ ਇਹਨਾਂ ਨੇ ਸਿਰਫ ਔਰ ਸਿਰਫ ਫੌਜੀ ਕੱਢੇ ਆ, ਜਾਣੀ ਜਿਹੜੇ ਸਿਕਿਉਰਿਟੀ ਵਾਲੇ ਸੀ, ਜਿਹੜੇ ਟੈਲੀਕਾਮ ਮਹਿਕਮੇ ਸੀ ਉਹਦੇ ਵਿੱਚ ਫੌਜੀ ਕੱਢੇ ਨੇ। ਹੁਣ ਜਿਹੜੇ ਮੇਰਾ ਕਹਿਣਾ ਇਹ ਹੈ ਕਿ ਜਦੋਂ ਅਸੀਂ 30 ਸਾਲਾਂ ਦੇ ਸੀ 35 ਸਾਲਾਂ ਦੇ ਸੀ ਉਦੋਂ ਇਹਨਾਂ ਨੇ ਸਾਡੇ ਕੋਲੋਂ ਕੰਮ ਲਿਆ, ਅਸੀਂ ਇਹਨਾਂ ਨੂੰ ਕਮਾ ਕੇ ਦਿੱਤਾ। ਅੱਜ ਜਦੋਂ ਕੋਈ 40 ਸਾਲਾਂ ਦਾ ਹੋ ਗਿਆ, ਜਦੋਂ ਕੋਈ 45 ਸਾਲਾਂ ਦਾ ਹੋ ਗਿਆ, ਅੱਜ ਸਾਨੂੰ ਨੌਕਰੀ ਦੀ ਜ਼ਰੂਰਤ ਹੈ। ਅੱਜ ਸਾਡੀ ਕਿਉਂਕਿ ਕਬੀਲਦਾਰੀਆਂ ਵੱਧ ਗਈਆਂ, ਸਾਨੂੰ ਪੈਸੇ ਦੀ ਜ਼ਰੂਰਤ ਆ। ਤਾਂ ਇਹ ਜਿਹੜਾ ਮੁਕੇਸ਼ ਅੰਬਾਨੀ ਦੀ ਮੈਂ ਗੱਲ ਕਰਾਂ, ਜੇ ਉਹ ਆਪਣੇ ਬਾਪ ਦਾ ਨਹੀਂ ਹੋਇਆ, ਆਪਣੇ ਬਾਪ ਦਾ ਸੁਪਨਾ ਪੂਰਾ ਨਹੀਂ ਕਰ ਸਕਿਆ, ਤਾਂ ਇਹ ਜਿਹੜੇ ਬੱਚੇ ਖੜੇ ਆ ਇਹਨਾਂ ਦਾ ਕਿੱਥੋਂ ਹੋਊਗਾ? ਕਿਉਂਕਿ ਉਹਦੇ ਬਾਪ ਦਾ ਸੁਪਨਾ ਇਹ ਸੀ ਕਿ ਮੈਂ ਫੌਜੀਆਂ ਨੂੰ ਵੱਧ ਤੋਂ ਵੱਧ ਨੌਕਰੀ ਦੇਵਾਂ, ਪਰ ਮੁਕੇਸ਼ ਅੰਬਾਨੀ ਨੇ ਵੱਧ ਤੋਂ ਵੱਧ ਫੌਜੀ ਕੱਢੇ ਆ। ਅੱਜ ਇੱਕ ਵੀ ਫੌਜੀ ਪੂਰੇ ਭਾਰਤ ਦੇ ਵਿੱਚ ਜਿਹੜੇ ਤਕਰੀਬਨ ਰਿਲਾਇੰਸ ਜੀਓ ਦੇ ਵਿੱਚ ਜਿਹੜੇ ਕੰਮ ਕਰਦੇ ਸੀਗੇ, ਇੱਕ ਵੀ ਫੌਜੀ ਰੱਖਿਆ ਨਹੀਂਗਾ, ਸਾਰੇ ਫੌਜੀ ਬਾਹਰ ਕਰਤੇ ਆ। ਇਹਨਾਂ ਨੇ ਜਦੋਂ ਫੌਜੀਆਂ ਨੂੰ ਰੱਖਿਆ ਉਦੋਂ ਸਰਕਾਰ ਤੋਂ ਟੈਕਸ ਮਾਫ ਕਰਵਾਇਆ, ਟੈਕਸ ਮਾਫ ਕਰਵਾ ਕੇ ਆਪਣਾ ਸਾਰਾ ਚਾਲ ਚੱਲਣ ਇੱਕ ਵਾਰੀ ਚਲਵਾ ਕੇ ਸਾਰੇ ਫੌਜੀ ਬਾਹਰ ਮਾਰੇ। ਇਵੇਂ ਜਿਵੇਂ ਇਹ ਜਿਹੜੇ ਸਿਕਿਉਰਿਟੀ ਵਾਲੇ ਆ ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਫੌਜੀ ਰੱਖੇ ਹੋਣਗੇ, ਉਸ ਤੋਂ ਬਾਅਦ ਫੌਜੀ ਕੱਢ ਕੇ ਕੁਛ ਚਲੋ ਸਿਵਲ ਰੱਖ ਲਏ ਵੀ ਸਾਡੇ ਪੰਜਾਬ ਦੇ ਨੇ। ਪਰ ਅੱਜ ਇਹ ਕੀ ਹੋ ਰਿਹਾ ਕਿ ਪੰਜਾਬ ਦੇ ਜਿਹੜੇ ਪੁੱਤ ਆ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਬਾਹਰੋਂ ਲਿਆ ਕੇ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ, ਇਹਨਾਂ ਦੀ ਪਾਲਿਸੀ ਹੈ। ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਬੰਦਾ ਆਪਣੇ ਬਾਪ ਦਾ ਨਹੀਂ ਹੋਇਆ, ਆਪਣੇ ਬਾਪ ਦਾ ਸੁਪਨਾ ਪੂਰਾ ਨਹੀਂ ਕਰ ਸਕਿਆ, ਤਾਂ ਇਹ ਨੌਜਵਾਨਾਂ ਦਾ ਕਿੱਥੋਂ ਹੋਊਗਾ? ਕਾਰਨ ਦੱਸਿਆ ਕੁਝ ਕੱਢਣ ਦਾ? ਕਾਰਨ ਕੁਝ ਨਹੀਂ ਦੱਸਿਆ। ਮੈਂ ਤੁਹਾਡੇ ਨਾਲ, ਤੁਸੀਂ ਯਾਦ ਕਰੋ 20 ਕੁ ਦਿਨ ਪਹਿਲਾਂ ਗੱਲ ਕਰੀ ਸੀ ਤੁਹਾਡੇ ਨਾਲ ਕਿ ਸਾਡੇ ਬੰਦੇ ਜਿਹੜੇ ਕੱਢੇ ਗਏ ਆ, ਤਾਂ ਉਦੋਂ ਇਹਨਾਂ ਦਾ ਵੀ ਗੱਲਬਾਤ ਚੱਲਦੀ ਸੀ ਕੱਢਣ ਦੀ, ਪਰ ਇਹਨਾਂ ਨੂੰ ਦੱਸਿਆ ਨਹੀਂ ਗਿਆ, ਸਾਨੂੰ ਵੀ ਨਹੀਂ ਸੀ ਦੱਸਿਆ ਗਿਆ। ਅੱਜ ਇਹਨਾਂ ਨੇ ਸਾਰੇ ਜਿਹੜੇ ਹੈਗੇ ਆ ਬੰਦੇ ਕੱਢ ਕੇ ਇੱਕਦਮ ਬਾਹਰ ਮਾਰਿਆ। ਸਾਡੇ ਕੋਲੇ ਵੀ ਇਹੀ ਮੈਸੇਜ ਆਇਆ ਜਿਹੜਾ ਇਹਨਾਂ ਨੂੰ ਦਿੱਤਾ ਕਿ ਜੀ ਤੁਸੀਂ ਸਾਡੇ ਕੋਲੇ 30 ਤਰੀਕ ਤੱਕ, ਉਦੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਜਾਓ। ਤਾਂ ਇਹ ਇਹਨਾਂ ਦੀ ਪਾਲਿਸੀ ਹੈ, ਇਹਨਾਂ ਨੇ ਛਾਂਟੀ ਕਰਨੀ ਆ ਤੇ ਜਿਹੜਾ ਸਰਕਾਰਾਂ ਤੋਂ ਟੈਕਸ ਮਾਫ ਕਰਵਾਉਣਾ। ਪਰ ਪੰਜਾਬ ਦੇ ਪੁੱਤ ਕੱਢੇ ਜਾ ਰਹੇ ਆ, ਬਾਹਰਲੇ ਬੰਦੇ ਰੱਖੇ ਜਾ ਰਹੇ ਆ। ਇਸ ਚੀਜ਼ ਤੇ ਭਗਵੰਤ ਮਾਨ ਨੂੰ ਜਿਹੜਾ ਗੌਰ ਕਰਨੀ ਚਾਹੀਦੀ ਹੈ। ਇੱਕ ਪਾਸੇ ਭਗਵੰਤ ਮਾਨ ਕਹਿੰਦਾ ਕਿ ਅਸੀਂ ਜਿਹੜੇ ਬਾਹਰਲੇ ਸੂਬਿਆਂ ਮਤਲਬ ਬਾਹਰਲੇ ਦੇਸ਼ਾਂ ਦੇ ਵਿੱਚ ਲੋਕ ਗਏ ਉਹਨਾਂ ਨੂੰ ਵਾਪਸ ਲੈ ਕੇ ਆਉਣਾ, ਅਸੀਂ ਰੰਗਲਾ ਪੰਜਾਬ ਬਣਾਉਣਾ। ਤੇ ਜਦੋਂ ਇਹ ਬੇਰੁਜ਼ਗਾਰ ਹੋਣਗੇ ਤਾਂ ਬਾਹਰ ਨੂੰ ਜਾਣਗੇ। ਸਾਡੇ ਕੋਲ ਕੋਈ ਚਾਰਾ ਹੀ ਨਹੀਂ। ਸਾਡੇ ਬੱਚਿਆਂ ਦੇ ਜਿਹੜਾ ਹੈਗਾ ਅੱਜ ਇਹ ਭੈਣ ਖੜੀ ਹੈ ਜਿਹੜੀ 14-15 ਸਾਲ ਇਹਨੇ ਨੌਕਰੀ ਕੀਤੀ ਆ, ਅੱਜ ਇਹਦੇ ਬੱਚਿਆਂ ਨੂੰ ਵੱਧ ਜ਼ਰੂਰਤ ਆ ਕਿਉਂਕਿ ਬੱਚੇ ਵੀ ਨਹੀਂ ਕਮਾ ਰਹੇ, ਇਹ ਬੇਰੁਜ਼ਗਾਰ ਹੋ ਗਏ ਤੇ ਇਹਨਾਂ ਦਾ ਘਰ ਕਿੱਥੋਂ ਚੱਲਣਾ? ਅੱਜ ਮੁਕੇਸ਼ ਅੰਬਾਨੀ ਦੀ ਵਜ੍ਹਾ ਦੇ ਨਾਲ ਕਿੰਨੇ ਭਾਰਤ ਦੇ ਜਿਹੜੇ ਚੁੱਲ੍ਹੇ ਬੰਦ ਹੋਏ ਆ। ਮੈਂ ਖਾਸ ਕਰਕੇ ਮੋਦੀ ਦੀ ਵਜ੍ਹਾ ਨਾਲ ਕਹੂੰਗਾ ਕਿਉਂਕਿ ਇਹ ਅਡਾਨੀਆਂ ਵਾਨੀਆਂ ਦੀ ਸਰਕਾਰ ਹੈ। ਲੋਕਾਂ ਨੂੰ ਇਹਦਾ ਧਿਆਨ ਦੇਣਾ ਚਾਹੀਦਾ। ਅਡਾਨੀਆਂ ਵਾਨੀਆਂ ਦੀ ਸਰਕਾਰ ਨੂੰ ਪਰੇ ਕਰਕੇ ਕੋਈ ਆਪਣੇ ਤੌਰ ਤੇ ਹੱਲ ਲੱਭਣਾ ਚਾਹੀਦਾ। ਜਦ ਤੱਕ ਲੋਕ ਨਹੀਂ ਉੱਠਦੇ ਭਾਰਤ ਦੇ, ਤਦ ਤੱਕ ਮੈਂ ਕਹਿਣਾ ਭਾਰਤ ਦਾ ਹੱਲ ਨਹੀਂ। ਲੋਕ ਇਦਾਂ ਹੀ ਬਾਹਰ ਨੂੰ ਜਾਂਦੇ ਰਹਿਣਗੇ। ਕਦੋਂ ਤੋਂ ਕਰਦੇ ਹੋ ਤੁਸੀਂ ਨੌਕਰੀ? ਸਰ 2000 ਤੇ ਜਦੋਂ ਤੋਂ ਸ਼ੁਰੂਆਤ ਹੋਈ? ਸ਼ੁਰੂਆਤ ਇੱਥੇ ਹੀ ਹੋ? ਬਿਲਕੁਲ ਇੱਥੇ ਹੀ। ਹੁਣ ਇੰਨੀ ਜੌਬ ਤੇ ਹੋਰ ਕਿਸੇ ਪਾਸੇ ਨੌਕਰੀ ਮਿਲ ਜੂ? ਨਹੀਂ ਸਰ, ਬਹੁਤ ਮੁਸ਼ਕਿਲ। ਕਿਹਾ ਇਹਨਾਂ ਨੂੰ ਇੱਕ ਚੀਜ਼ ਤੁਸੀਂ ਆਪਦੇ ਤਰਲੇ ਇਸ ਚੀਜ਼ ਦੇ ਪਾਏ ਸੀ ਕਿ ਭਈ ਮੈਂ ਹੋਰ ਪਾਏ ਸੀਗੇ, ਮੈਂ ਪਹਿਲਾਂ ਹੀ ਪਾਏ ਸੀ ਸਰ। 2 ਮਹੀਨੇ ਪਹਿਲਾਂ ਹੀ ਮੈਨੂੰ ਇਹਨਾਂ ਨੇ 12 ਘੰਟੇ 'ਚ ਕਰਕੇ 9 ਘੰਟੇ 'ਚ ਕਿਸੇ ਹੋਰ ਸਟੋਰ 'ਚ ਭੇਜਤਾ ਸੀਗਾ ਜੀ। ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਆਉਣਾ ਵੀ ਔਖਾ ਹੈ, ਜਾਣਾ ਵੀ ਔਖਾ ਹੈ, ਪਰ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਸਰ, ਕਿਸੇ ਨੇ ਵੀ। ਮੈਂ ਗੁਰਪ੍ਰੀਤ ਸਰ ਆਏ ਸਾਡੇ ਸਰ, ਮੈਂ ਉਹਨਾਂ ਨੂੰ ਬਹੁਤ ਤਰਲੇ ਕੀਤੇ ਵੀ ਸਰ ਮੈਨੂੰ ਬਹੁਤ ਔਖਾ ਹੈ, ਵੀ ਮੇਰੇ ਹਸਬੈਂਡ ਬਿਮਾਰ ਹੈ, ਕਿਡਨੀ ਦੇ ਪੇਸ਼ੈਂਟ ਹੈ ਸਰ, ਉਹ ਘਰੇ ਹੈਗੇ। ਅੱਛਾ। ਹਾਂਜੀ 2017 ਤੋਂ ਘਰੇ ਹੈਗੇ ਸਰ ਉਹ। ਜਿਹੜਾ ਘਰ ਚੱਲਦਾ ਸੀ ਉਹ ਤੁਹਾਡੀ ਤਨਖਾਹ ਤੇ? ਬਿਲਕੁਲ ਸਰ, ਮੇਰੇ ਤੇ ਚੱਲਦਾ ਸੀਗਾ। ਹੁਣ ਫਿਰ ਘਰ ਕਿੱਦਾਂ ਚੱਲਣਾ? ਹੁਣ ਸਰ ਬੱਚਾ ਹੁਣ ਤਾਂ ਹੋ ਗਿਆ ਸਰ, ਸੈੱਟ ਹੋ ਗਿਆ, ਚੱਲ ਥੋੜਾ ਫਰਕ ਹੈ ਹੁਣ ਤਾਂ। ਪਰ ਜਿਹੜੇ ਮੇਰੇ ਪਹਿਲਾਂ ਦੇ ਕਰਜ਼ੇ ਚੜੇ ਹੋਏ ਸਰ, ਮੈਂ ਕਿਵੇਂ ਉਤਾਰੂੰਗੀ ਉਹ? ਇੱਥੋਂ ਉਤਰਨੇ ਸੀ? ਹਾਂਜੀ ਬਿਲਕੁਲ। ਕਦੋਂ ਤੋਂ ਕਰਦੇ ਹੋ ਨੌਕਰੀ ਸੀ? ਮੈਂ ਜੀ 2019 ਤੋਂ ਕਰ ਰਹੀ ਹਾਂ। 2019 ਤੋਂ ਇੱਥੇ ਹੀ? ਹਾਂਜੀ। ਕੁਝ ਦੱਸਿਆ ਗਿਆ ਇਹਨਾਂ ਵੱਲੋਂ, ਕੁਝ ਕਿਹਾ ਇਹਨਾਂ ਨੇ ਕਿ ਅਸੀਂ? ਸਾਨੂੰ ਬਸ ਸਿਰਫ ਉਹ ਮੈਸੇਜ ਆਇਆ ਤੇ ਮੈਸੇਜ ਤੋਂ ਬਾਅਦ ਮਤਲਬ 2 ਵਜੇ ਮੈਸੇਜ ਆਇਆ ਤੇ 4 ਵਜੇ ਲਿਸਟ ਪਾ ਦਿੱਤੀ ਗਈ ਹੈ ਤੇ ਬਸ ਹੋਰ ਸਾਨੂੰ ਕੁਝ ਘੰਟਾ ਛੰਟੀ ਕਿਹੜੇ ਆਧਾਰ ਤੇ ਹੋਈ ਹੈ, ਕੁਝ ਪਤਾ ਲੱਗਿਆ? ਉਹ ਤਾਂ ਜੀ ਜਿਵੇਂ ਕਿ ਕਹਿੰਦੇ ਭਾਈ ਭਤੀਜਾ ਬਾਦ ਦੇ ਆਧਾਰ ਤੇ ਹੋਈ ਹੈ ਜੀ, ਕਿਉਂਕਿ ਜਿਹੜੇ ਇੱਥੇ ਸੀਨੀਅਰ ਸੀਗੇ ਉਹਨਾਂ ਨੂੰ ਜਿਹੜੇ ਅੱਛੇ ਲੱਗਦੇ ਸੀ ਉਹਨਾਂ ਨੇ ਰੱਖ ਲਿਆ, ਜਿਹੜੇ ਦੂਸਰੇ ਉਹਨਾਂ ਨੇ ਰਿਮੂਵ ਕਰਤੇ ਆ। ਸਾਡੀ ਕੰਪਨੀ ਦੀ ਪਾਲਿਸੀ ਹੈ ਕਿ ਇੱਕ ਮਤਲਬ ਕੰਪਨੀ ਦੇ ਵਿੱਚ ਇਸ ਦੇ ਵਿੱਚ ਵੀ ਇੱਕ ਫੈਮਿਲੀ ਦੇ 2 ਮੈਂਬਰ ਕੰਮ ਨਹੀਂ ਕਰ ਸਕਦੇ, ਬਟ ਸਾਡੀ ਕੰਪਨੀ ਦੇ ਵਿੱਚ ਅੱਜ 2 ਮੈਂਬਰ ਕਰ ਰਹੇ, ਹਸਬੈਂਡ ਵਾਈਫ ਦੋਨੋਂ, ਵੀ ਉਹਨਾਂ ਚੋਂ ਇੱਕ ਹੋਣਾ ਚਾਹੀਦਾ ਸੀਗਾ। ਬ੍ਰਦਰ ਵੀ ਹੈ ਸਰ, 3 ਬੰਦੇ ਕੰਮ ਕਰ ਰਹੇ ਆ। ਬ੍ਰਦਰ ਵੀ ਹੈ ਜੀ, ਵਿਦ ਬ੍ਰਦਰ ਵੀ ਹੈ ਜੀ, ਕੰਮ ਕਰ ਰਹੇ ਆ 3 ਬੰਦੇ ਇੱਕ। ਹਾਂਜੀ, ਇੱਕ ਫੈਮਿਲੀ ਦੇ। ਹਾਂਜੀ। ਉਹ ਤਿੰਨੇ ਸੇਫ ਨੇ। ਉਹ
ਅੱਛਾ, ਇੱਕ ਪਰਿਵਾਰ ਦੇ ਕਰ ਰਹੇ ਆ, ਪਹਿਲਾਂ ਤਾਂ ਪਾਲਿਸੀ ਦੇ ਉਲਟ ਜਾ ਕੇ ਕਰ ਰਹੇ ਆ। ਪਹਿਲਾਂ ਤਾਂ ਪਾਲਿਸੀ ਦੇ ਧੱਜੀਆਂ ਉੱਡੀਆਂ ਹੋਈਆਂ ਸੀਗੀਆਂ, ਉਹ ਤਾਂ ਹੋਈ ਸੀ, ਤੇ ਹੁਣ ਉਹ ਸਾਰੇ ਦੇ ਸਾਰੇ ਜੀ ਜਿੰਨੇ ਕਰ ਰਹੇ ਆ ਤਿੰਨੋਂ ਦੇ ਤਿੰਨੇ ਉਹ ਸੇਫ ਆ। ਤਿੰਨ ਉਹ ਵੀ ਸੇਫ। ਤਨਖਾਹ ਜਿਹੜੀ ਗੱਲ ਕਰ ਰਹੇ ਆ, ਆਈ ਆ ਖਾਤੇ ਦੇ ਵਿੱਚ ਵੀ 1 ਮਹੀਨੇ ਤਨਖਾਹ ਅਸੀਂ ਪਾਵਾਂਗੇ, ਉਹਨੇ ਮੈਸੇਜ ਦੇ ਵਿੱਚ। ਉਹ 11,000 ਕੁਝ ਲੋਕਾਂ ਦੇ ਆਇਆਗਾ, ਉਹ ਸਿਰਫ ਬੇਸਿਕ ਆਈ ਆ, ਉਹ 8 ਘੰਟੇ ਦੀ ਬੇਸਿਕ ਆਈ ਹੈ, ਪਰ ਅਸੀਂ 8 ਘੰਟੇ ਦੀ ਜੌਬ ਕੀਤੀ ਹੀ ਨਹੀਂ ਜੀ। ਉਹ ਉਸ ਤੋਂ ਹੋਈ ਹੈ ਜਦੋਂ ਸਾਨੂੰ ਕਿੰਨੇ ਘੰਟੇ ਕਰਦੇ ਸੀ? 12 ਘੰਟੇ ਅਸੀਂ 12 ਘੰਟੇ ਦੀ ਹਾਂਜੀ 12 ਘੰਟੇ ਦੀ 23,000 ਸੀਗੀ ਤਨਖਾਹ। ਹੁਣ ਸਾਨੂੰ ਇਹਨਾਂ ਨੇ 11,558 ਰੁਪਏ ਖਾਤੇ 'ਚ ਪਾਤੇ, ਮਤਲਬ ਇੱਕ ਜਿਹੜੀ ਸਾਡੀ ਮਤਲਬ ਪ੍ਰੋਪਰ ਤਨਖਾਹ ਆਉਂਦੀ ਸੀ ਉਹ 15,000 ਆਉਂਦੀ ਸੀ। ਸਾਰਿਆਂ ਦੀ ਪਈ ਆ ਗਿਆ ਕਿ ਨਹੀਂ? ਬੇਸਿਕ ਪਾਈ ਆ ਹੁਣ ਜਿਹੜੇ SBI ਵਾਲਿਆਂ ਦੀ, ਉਹਨਾਂ ਦੀ ਅੱਜ ਆਈ ਆ। ਹੁਣ ਜਿਵੇਂ ਬੇਸਿਕ ਸੈਲਰੀ ਉਹ ਤਾਂ 11,585 ਪਾਈ ਆ 1 ਮਹੀਨੇ ਦੀ, ਪਰ ਪਹਿਲਾਂ ਅਸੀਂ ਕਿਹੜਾ 8 ਘੰਟੇ 'ਚ ਤਾਂ ਜੌਬ ਕੀਤੀ ਨਹੀਂ, ਅਸੀਂ ਤਾਂ 9 ਘੰਟੇ ਕੀਤੀ ਜਾਂ 12 ਘੰਟੇ ਕੀਤੀ ਹੈ। ਉਹਦੇ ਹਿਸਾਬ ਨਾਲ ਸਾਨੂੰ ਸੈਲਰੀ ਦੇਣ ਨਾ ਜੇ ਦਿੰਦੀ ਆ, ਉਹ ਵੀ 3 ਮਹੀਨੇ ਦੀ ਦੇਣ। 1 ਮਹੀਨੇ ਦੀ ਸੈਲਰੀ ਨਾਲ ਸਾਡਾ ਕੀ ਬਣੂਗਾ? ਜਿਨ੍ਹਾਂ ਦੇ ਮੈਡਮ ਹੁਣ ਆ ਮੈਡਮ ਹੈਗੇ, ਇਹਨਾਂ ਦੀਆਂ 2 ਬੇਟੀਆਂ ਜਵਾਨ ਆ, ਇਹ ਕਿਵੇਂ ਘਰ ਚਲਾਉਣਗੇ? ਇਹਨਾਂ ਦੇ ਤਾਂ ਹਸਬੰਡ ਵੀ ਮਤਲਬ divorce। ਸਤਿ ਸ਼੍ਰੀ ਅਕਾਲ ਸਰ। ਹਾਂਜੀ, ਮੈਂ ਸੋਨੀਆ ਸ਼ਰਮਾ ਫਰੋਮ ਅਬੋਹਰ ਤੋਂ ਕੰਮ ਕਰ ਰਹੀ ਹਾਂ। ਮੈਂ ਹਾਂਜੀ ਸਰ, ਮੈਂ ਮਲੋਟ ਆ ਰਹੀ ਹਾਂ। ਮੈਨੂੰ 3 ਮਹੀਨਿਆਂ ਤੋਂ ਇਹਨਾਂ ਨੇ ਹਰਾਸਮੈਂਟ ਕੀਤੀ ਗਈ ਹੈ। ਅਬੋਹਰ ਦੇ ਵਿੱਚ ਹੀ ਮੈਂ ਸਟੋਰ 'ਚ ਕੰਮ ਕਰ ਰਹੀ ਸੀ, ਇਹਨਾਂ ਨੇ ਉੱਥੋਂ ਮੇਰੀ ਬਦਲੀ ਕਰਕੇ ਮੈਨੂੰ ਮਲੋਟ ਸ਼ਿਫਟ ਕਰ ਦਿੱਤਾ ਗਿਆ। 5:40 ਦੀ ਬੱਸ ਤੇ ਮੈਂ ਚੜ੍ਹਦੀ ਹਾਂ ਔਰ ਰਾਤ ਨੂੰ 8:15 8:30 ਮੈਂ ਘਰ ਪਹੁੰਚਦੀ ਹਾਂ। 12 ਘੰਟੇ ਦੀ ਮੇਰੀ ਸ਼ਿਫਟ ਹੈ। ਇਹਨਾਂ ਨੇ ਕੀ ਕੀਤਾ ਕਿ ਦੇਖੋ, ਮੈਂ ਸਿੰਗਲ ਪੇਰੈਂਟਸ ਹਾਂ, ਮੇਰੀ ਹੀ ਇਨਕਮ ਨਾਲ ਮੇਰਾ ਘਰ ਚੱਲਦਾ ਸੀ। 2 ਮੇਰੀਆਂ ਡਾਟਰਸ ਹੈ। ਹੁਣ ਮੇਰੀ ਬੇਟੀ ਨੇ +2 ਦੇ ਪੇਪਰ ਦਿੱਤੇ ਆ, ਹੁਣ ਉਹ ਰੀਸੈਂਟਲੀ ਕਾਲਜ ਜਾ ਰਹੀ ਸੀ। ਮੈਨੂੰ ਉਮੀਦ ਸੀ ਕਿ ਮੇਰੀ ਸੈਲਰੀ ਤੋਂ ਮੈਂ ਆਪਣੇ ਬੱਚੇ ਪੜ੍ਹਾ ਸਕਾਂਗੀ, ਪਰ ਇਹਨਾਂ ਨੇ ਇੱਕਦਮ ਇਹੋ ਜਿਹਾ ਕੁਝ ਕਰਤਾ ਬਿਨਾਂ ਇਨਫੋਰਮੇਸ਼ਨ। ਇੱਕ ਦਿਨ ਪਹਿਲੇ ਸਾਡੇ LPO ਸਰ ਆ ਕੇ ਸਾਨੂੰ ਮਿਲ ਕੇ ਗਏ ਆ, ਪਰ ਉਹਨਾਂ ਨੇ ਕੁਝ ਵੀ ਹਿੰਟ ਨਹੀਂ ਦਿੱਤਾ ਕਿ ਅਸੀਂ ਤੁਹਾਨੂੰ ਹਟਾ ਰਹੇ ਹਾਂ ਜਾਂ ਕੁਝ। ਮਤਲਬ ਮੈਂਟਲੀ ਅਸੀਂ ਤਿਆਰ ਹੀ ਨਹੀਂ ਸੀ ਇਸ ਚੀਜ਼ ਬਾਰੇ। ਤੁਸੀਂ ਇਹ ਦੇਖੋ ਸਾਨੂੰ ਕਿੰਨੀ ਹਰਾਸਮੈਂਟ ਹੋ ਰਹੀ ਹੈ। ਹੁਣ ਸਰ ਸਾਡਾ ਫਿਊਚਰ ਹਨੇਰੇ ਸਾਨੂੰ ਨਜ਼ਰ ਆ ਰਿਹਾ। ਤੁਸੀਂ ਇਹ ਦੇਖੋ ਕਿ 22-23 ਹਜ਼ਾਰ ਦੀ ਸੈਲਰੀ ਅਗਰ ਅਸੀਂ ਲੈ ਰਹੇ ਹਾਂ, ਠੀਕ ਹੈ ਸਰ, ਇੱਕ ਸਾਡਾ ਸਟੈਂਡਰਡ ਸੀ। ਦੇਖੋ ਚੌਕੀਦਾਰ, ਸਿਕਿਉਰਿਟੀ ਕੋਈ ਉੱਚ ਲੈਵਲ ਦੀ ਜੋਬ ਨਹੀਂ ਹੁੰਦੀ। ਮੈਂ BA BEd ਹਾਂ ਸਰ, ਮੈਂ ਇਹ ਲੈਵਲ ਦੀ ਜੋਬ ਅਪਣਾਈ ਕਿਉਂਕਿ ਮੇਰੀ ਬੇਸਿਕ ਨੀਡ ਸੀ। ਮੈਂ ਸੈਪਰੇਟ ਸੀ ਸਰ, ਮੈਂ ਸਿੰਗਲ ਪੇਰੈਂਟਸ ਹਾਂ, ਮੈਨੂੰ ਬਹੁਤ ਬੈਡਲੀ ਨੀਡ ਸੀ ਜੋਬ ਦੀ। ਮੈਂ ਇਹ ਜੋਬ ਬੜੀ ਇਮਾਨਦਾਰੀ ਨਾਲ ਕੀਤੀ। ਬਟ ਤੁਸੀਂ ਇਹ ਦੇਖੋ ਸਰ ਕਿ 1 ਮਹੀਨੇ 'ਚ ਇਹਨਾਂ ਨੂੰ ਕਿਵੇਂ ਕਨਫਰਮ ਹੈ ਕਿ ਸਾਨੂੰ ਜੋਬ ਮਿਲ ਜੇਗੀ? ਮੈਂ 40+ ਹੋ ਚੁੱਕੀ ਹਾਂ ਸਰ। ਮੈਨੂੰ ਨਹੀਂ ਲੱਗਦਾ ਕਿ ਮੈਂ ਟੀਚਰ ਪ੍ਰੋਫੈਸ਼ਨ 'ਚ ਵਾਪਸ ਜਾਵਾਂਗੀ 3 ਸਾਲ ਬਾਅਦ। ਕਿੰਨਾ ਕੁਝ ਚੇਂਜ ਹੋ ਗਿਆ ਹੈ ਕਿ ਉਹ ਮੈਨੂੰ ਐਕਸੈਪਟ ਕਰਨਗੇ? ਮੇਰੇ ਕੋਲ ਕੀ ਸਟੇਟਮੈਂਟ ਹੈ ਆਪਣੀ ਕਿ ਮੈਂ ਇੱਕ ਸਿਕਿਉਰਿਟੀ ਗਾਰਡ ਹਾਂ ਰਿਲਾਇੰਸ ਦੇ ਅੰਦਰ, ਕਿ ਉਹ ਮੈਨੂੰ ਬੈਕ ਟੂ ਮਤਲਬ ਟੀਚਿੰਗ ਪ੍ਰੋਫੈਸ਼ਨ 'ਚ ਆਉਣ ਦੇਣਗੇ? ਬਿਲਕੁਲ ਨਹੀਂ ਆਉਣ ਦੇਣਗੇ ਸਰ। ਇਹਨਾਂ ਨੇ ਸਾਡੇ ਨਾਲ ਇਹੀ ਕੁਝ ਕੀਤਾ। ਇਹ ਇੱਕ ਸਿੱਧਾ ਸਾਦਾ ਮੈਂਟਲੀ ਹਰਾਸਮੈਂਟ ਹੈ ਸਰ। ਸਾਡਾ ਬਿਲਕੁਲ ਘਰ ਚੱਲਣਾ ਬੰਦ ਹੋ ਜਾਏਗਾ। ਸਾਨੂੰ ਨਹੀਂ ਪਤਾ ਕਿ ਫਿਊਚਰ 'ਚ ਅਸੀਂ ਬੱਚੇ ਪੜ੍ਹਾ ਪਾਵਾਂਗੇ ਕਿ ਨਹੀਂ ਪਾਵਾਂਗੇ। ਇਹ ਦਲੀਲ ਦਿੱਤੀ ਸੀ ਇਹਨਾਂ ਨੂੰ ਵੈਸੇ ਕਿ ਸਰ ਸਾਨੂੰ ਕੱਲ ਹੀ ਇਹ ਪਤਾ ਚੱਲਿਆ। ਅੱਜ ਮੈਂ ਬਠਿੰਡਾ ਆ ਗਈ ਹਾਂ, ਆਹ ਸਭ ਕੁਝ ਹੋ ਰਿਹਾ। ਸਾਡੇ ਨਾਲ ਕਿਸੇ ਨੇ ਪਰਸਨਲੀ ਗੱਲ ਨਹੀਂ ਕੀਤੀ ਕਿ ਮੈਡਮ ਤੁਹਾਨੂੰ ਕੱਢਿਆ ਜਾ ਰਿਹਾ ਹੈ, ਇਸ ਤਰ੍ਹਾਂ ਦੀ ਸਿਚੁਏਸ਼ਨ ਆਏਗੀ। ਦੇਖੋ, ਅਗਰ ਕੋਈ ਆਪਰੇਸ਼ਨ ਕਰਨ ਤੋਂ ਪਹਿਲੇ ਡਾਕਟਰ ਵੀ ਦੱਸਦਾ ਨਾ ਤੇਰੀ ਕਿਡਨੀ ਆਪਰੇਟ ਹੋਏਗੀ, ਤਾਂ ਉਹਨੂੰ ਟਾਈਮ ਦਿੰਦਾ ਮੈਂਟਲੀ ਪ੍ਰਪੇਅਰ ਹੋਣ ਵਾਸਤੇ ਕਿ 1 ਮੰਥ ਦਾ ਤੈਨੂੰ ਟਾਈਮ ਦਿੱਤਾ ਜਾਂਦਾ ਹੈ। ਸਰ ਸਾਨੂੰ ਕੋਈ ਟਾਈਮ ਨਹੀਂ ਦਿੱਤਾ ਗਿਆ। ਹੁਣ ਦੱਸੋ ਤੁਸੀਂ ਅਸੀਂ ਕੀ ਕਹੀਏ? ਮਤਲਬ ਸਾਨੂੰ ਸ਼ਰਮ ਆ ਰਹੀ ਹੈ ਕਿ ਅਸੀਂ ਜਿਸ ਜੋਬ ਵਾਸਤੇ ਪ੍ਰਾਊਡ ਫੀਲ ਕਰਦੇ ਸੀ ਕਿ ਅਸੀਂ ਰਿਲਾਇੰਸ 'ਚ ਕੰਮ ਕਰ ਰਹੇ ਹਾਂ। ਅਸੀਂ ਮਤਲਬ ਲੋਕਾਂ ਨੂੰ ਕਹਿੰਦੇ ਸੀ ਕਿ ਸਾਡੀ ਕੰਪਨੀ ਰਿਲਾਇੰਸ ਹੈ। ਸਾਨੂੰ ਅਗਰ ਕੋਈ HDFC ਦਾ ਗਾਰਡ ਕਹਿੰਦਾ ਸੀ ਕਿ ਮੈਂ ਇੱਕ ਗਾਰਡ ਹਾਂ, ਅਸੀਂ ਕਹਿੰਦੇ ਸੀ ਤੁਸੀਂ HDFC ਦੇ ਗਾਰਡ ਹੋ, ਪਰ ਅਸੀਂ ਪ੍ਰਾਊਡ ਫੀਲ ਕਰਦੇ ਸੀ ਅਸੀਂ ਰਿਲਾਇੰਸ ਦੇ ਗਾਰਡ ਹਾਂ, ਕਿਉਂਕਿ ਸਾਡਾ ਪੇ ਸਕੇਲ ਇੱਕ ਅਫਸਰ ਜਿੰਨਾ ਸੀ। ਬਟ ਇਹਨਾਂ ਨੇ ਸਾਡੇ ਨਾਲ ਇਹ ਕੁਝ ਕੀਤਾ ਵੀ ਸਾਨੂੰ ਬਹੁਤ ਹੀ ਇੰਬੈਰਸ ਫੀਲ ਹੋ ਰਿਹਾ ਸਰ। ਹੁਣ ਫਿਰ ਘਰ ਕਿਵੇਂ ਚੱਲੂਗਾ? ਤੁਸੀਂ ਤਾਂ ਸਾਨੂੰ ਕੁਝ ਨਹੀਂ ਪਤਾ ਘਰ ਕਿਵੇਂ ਚੱਲੇਗਾ, ਸਾਨੂੰ ਇਹ ਨਹੀਂ ਪਤਾ ਸਾਡਾ ਕੱਲ ਕਿਵੇਂ ਚੱਲੇਗਾ। ਬਟ ਜੋ ਸਾਡੇ ਨਾਲ ਹੋਇਆ ਬਹੁਤ ਬੁਰਾ ਹੋਇਆ ਸਰ। ਹੁਣ ਤੁਸੀਂ ਕੀ ਮੰਗ ਕੀ ਹੈ? ਸਰ ਅਸੀਂ ਤਾਂ ਇਹੀ ਚਾਹ ਰਹੇ ਹਾਂ ਕਿ ਸਾਨੂੰ ਮੈਂਟਲੀ ਪ੍ਰਪੇਅਰ ਹੋਣ ਦਾ ਟਾਈਮ ਦਿੱਤਾ ਜਾਂਦਾ। ਕਮ ਸੇ ਕਮ ਨਹੀਂ ਦਿੱਤਾ ਜਾਂਦਾ ਤਾਂ ਕਮ ਸੇ ਕਮ 3 ਮਹੀਨੇ ਦੀ ਬੇਸਿਕ ਮਤਲਬ ਜਿਹੜੀ ਸਾਡੀ ਸੈਲਰੀ ਹੈ 23,000 ਕੁਝ ਸਾਨੂੰ ਦਿੱਤੀ ਜਾਂਦੀ ਸਰ। ਅਗਰ ਆਪਣੇ ਘਰ ਦੇ ਵਿੱਚ ਰੋਟੀ ਹੋਏਗੀ ਨਾ, ਫਿਰ ਹੀ ਆਪਾਂ ਕਮਾਉਣ ਬਾਹਰ ਜਾ ਸਕਾਂਗੇ ਨਾ। ਮੈਂਟਲੀ ਤਾਂ ਹੀ ਪ੍ਰਪੇਅਰ ਹੋਵਾਂਗੇ ਨਾ ਆਪਾਂ ਜੋਬ ਦੇ ਲਈ। ਅਗਰ ਰੋਟੀ ਨਹੀਂ ਹੈ ਸਰ, ਆਪਾਂ ਬਾਹਰ ਕਿਵੇਂ ਚਲੇ ਜਾਵਾਂਗੇ? ਤੁਸੀਂ ਇਹ ਦੱਸੋ ਕਿ ਮੇਰਾ ਬੱਚਾ ਘਰ ਭੁੱਖਾ ਮਰ ਰਿਹਾ ਕਿ ਮੈਂ ਜੋਬ ਲੱਭ ਸਕਾਂਗੀ? ਸਰ ਇਹ ਤਾਂ ਸਾਡੇ ਨਾਲ ਇਹ ਹੋ ਗਿਆ ਕਿ ਹੁਣ ਤੁਸੀਂ ਨਰੇਗਾ ਚਲੇ ਜਾਓ ਔਰ ਬੱਠਲ ਚੱਕੋ। ਮੈਨੂੰ ਤਾਂ ਇਹ ਲੱਗ ਰਿਹਾ ਸਰ। ਕਿੰਨਾ ਟਾਈਮ ਹੋ ਗਿਆ ਬਈ ਇੱਥੇ? ਮੈਨੂੰ 8 ਮਹੀਨੇ ਹੋ ਗਏ ਜੀ। 8 ਮਹੀਨੇ ਹੋਏ ਆ। ਦੱਸਿਆ ਨਹੀਂ ਕੁਝ? ਨਹੀਂ, ਕੁਛ ਵੀ ਨਹੀਂ ਦੱਸਿਆ। ਅਚਾਨਕ ਕੱਲ ਮੈਸੇਜ ਆਇਆ ਜਦੋਂ ਸ਼ਾਮ ਨੂੰ, ਉਦੋਂ ਹੀ ਪਤਾ ਲੱਗਾ ਸਭ ਕੁਝ ਵੀ ਤੁਹਾਨੂੰ ਵੀ ਨੌਕਰੀ ਤੋਂ ਹਟਾ ਦਿੱਤਾ ਜਾਂਦਾ। ਉਦੋਂ ਹੀ ਸਿੱਧਾ ਕਰਤਾ? ਹਾਂ ਬਿਲਕੁਲ ਬਿਲਕੁਲ। ਉਸ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਸੀ। ਨਹੀਂ ਬਿਲਕੁਲ ਨਹੀਂ। ਘਰ ਆਪਦੇ ਤੇ ਚੱਲਦਾ ਸੀ ਜਾਂ ਹੋਰ? ਹਾਂਜੀ ਹਾਂਜੀ ਬਿਲਕੁਲ ਆਪਦੇ ਤੇ ਚੱਲ ਰਿਹਾ ਜੀ। ਇਸ ਤੋਂ ਇਲਾਵਾ ਹੋਰ ਕੋਈ ਸਾਈਡ ਬਿਜ਼ਨਸ ਵੀ ਨਹੀਂ ਹੈਗਾ ਵੀ ਜੋ ਅਸੀਂ ਇਨਕਮ ਆ ਜਾਵੇ ਕੋਈ ਤੇ ਆਦਾ ਘਰ ਚਲਾ। ਹੁਣ 1 ਦਿਨ 'ਚ ਮਿਲ ਜੂ ਨੌਕਰੀ ਕਿਤੇ? ਨਹੀਂ, ਬਹੁਤ ਮੁਸ਼ਕਿਲ ਆ ਸਰ। 1 ਦਿਨ 'ਚ ਪਹਿਲਾਂ 3-4 ਮਹੀਨੇ ਬਾਅਦ ਨੌਕਰੀ ਮਿਲੀ ਸੀ। 3-4 ਮਹੀਨੇ ਇੱਥੇ ਚੱਕਰ ਲਾਈ ਸੀ, ਫਿਰ ਜਾ ਕੇ ਤੇ ਨੌਕਰੀ ਮਿਲੀ ਸੀਗੀ। 3-4 ਮਹੀਨੇ ਬਾਅਦ ਨੌਕਰੀ? ਹਾਂਜੀ ਹਾਂਜੀ ਬਿਲਕੁਲ ਜੀ। ਕਿੰਨਾ ਟਾਈਮ ਹੋ ਗਿਆ ਬਾਈ? ਸਰ 1 ਸਾਲ ਹੋ ਗਈ ਮੈਨੂੰ। 1 ਸਾਲ ਹੋ ਗਿਆ? ਹਾਂਜੀ। ਇੱਕਦਮ ਕੱਢਤਾ? ਹਾਂਜੀ ਇੱਕਦਮ ਕੱਟਤਾ ਜੀ। ਪੁੱਛਿਆ ਨਹੀਂ ਕੁਝ? ਕੁਝ ਨਹੀਂ ਦੱਸਿਆ ਜੀ, ਬਸ ਨੋਟੀਫਿਕੇਸ਼ਨ ਆਇਆ ਔਰ ਘੰਟਾ ਕਰਿਆ, ਬਸ ਡਿਲੀਟ ਕਰਤਾ। ਪੁੱਛਣ ਦੀ ਕੋਸ਼ਿਸ਼ ਕੀਤੀ ਸੀ? ਹਾਂਜੀ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਦੱਸ ਰਹੇ, ਕੁਝ ਨਹੀਂ ਦੱਸਿਆ ਜੀ। ਕੀ ਕਹਿੰਦੇ ਆ? ਕਹਿ ਦਿੰਦੇ ਕੁਝ ਨਹੀਂ, ਬਸ ਸ਼ਾਂਤੀ ਕੀਤੀ ਗਈ, ਸਾਨੂੰ ਕੋਈ ਪਤਾ ਨਹੀਂ ਹੈ, ਬਸ ਉਹਨਾਂ ਨੇ ਕਰਤਾ ਬਸ। ਹੁਣ ਫਿਰ ਕਿਵੇਂ ਚੱਲੂਗਾ? ਹੁਣ ਬਸ ਔਖਾ ਹੀ ਹੈ, ਅਸੀਂ ਤਾਂ ਹੀ ਚਾਹੁੰਦੇ ਹਾਂ
ਵੀ ਸਾਨੂੰ ਜੌਬ ਵਾਪਸ ਦਿੱਤੀ ਜਾਵੇ ਜਾਂ ਸਾਡੀ 3 ਮਹੀਨੇ ਦੀ ਸੈਲਰੀ ਸਾਨੂੰ ਜਿਹੜੀ 12 ਘੰਟੇ ਦੀ ਉਹ ਦਿੱਤੀ ਜਾਵੇ। ਅਸੀਂ ਇਹ ਮੰਗ ਕੀਤੀ ਹੈ। ਕਿੰਨਾ ਟਾਈਮ ਹੋ ਗਿਆ ਜੀ? ਮੈਨੂੰ 1.5 ਸਾਲ ਦੇ ਕਰੀਬ ਹੋਣ ਵਾਲਾ, 1 ਸਾਲ 2 ਮਹੀਨੇ ਹੋ ਚੁੱਕੇ ਆ। ਹਾਂਜੀ ਚਲ ਤੇ ਸਿੱਧਾ ਕੱਢਿਆ? ਹਾਂਜੀ ਜਮਾਂ ਬਿਲਕੁਲ ਸਿੱਧਾ ਕੱਢਿਆ। ਸਾਨੂੰ ਕੁਝ ਪਤਾ ਨਹੀਂ, ਔਨ ਡਿਊਟੀ ਸੀਗਾ ਮੈਂ, ਈਵਨਿੰਗ ਸ਼ਿਫਟ ਸੀ ਮੇਰੀ, ਮੈਂ 9 ਘੰਟਾ ਸੀਗਾ, ਸਾਨੂੰ ਕੁਝ ਪਤਾ ਨਹੀਂ ਸੀਗਾ ਕੱਢਣ ਦਾ। ਅਸਾਂ ਇੱਥੋਂ ਤੱਕ ਕਿ ਆਪਦੇ ਐਲਪੀਓ ਨੂੰ ਪੁੱਛਦੇ ਸੀਗੇ ਕਿ ਸਰ ਸਾਡੀ ਜੌਬ ਸੇਵ ਹੈ, ਤਾਂ ਸਾਡੀ ਕੌਨ ਕਾਲ ਵੀ ਹੁੰਦੀ, ਉਹ 'ਚ ਵੀ ਇਹੀ ਗੱਲ ਕਹੀ ਜਾਂਦੀ ਤੁਹਾਡੀ ਜੌਬ ਬਿਲਕੁਲ ਸੇਵ ਆ, ਤੁਸੀਂ ਕਿਤੇ ਨਹੀਂ ਜਾਣਾ, ਤੁਹਾਨੂੰ ਕੋਈ ਕੱਢਿਆ ਨਹੀਂ ਜਾਂਦਾ। ਪਰ ਕੱਲ੍ਹ ਕੁਝ ਮਿੰਟਾਂ 'ਚ ਹੀ ਕੱਲ੍ਹ ਸਾਡੀ ਸਾਰੀ ਜ਼ਿੰਦਗੀ ਇਹਨਾਂ ਨੇ ਤਬਾਹ ਕਰਤੀ ਹੈ। ਜੋ ਮੰਨ ਲਾ ਸਾਡਾ ਸਾਰਾ ਘਰ ਇਹ ਤੋਂ ਹੀ ਚੱਲਦਾ ਸੀਗਾ, ਸਾਨੂੰ ਹੁਣ ਖੁਦ ਨੂੰ ਪਤਾ ਕਿ ਅਸੀਂ ਆਪਦਾ ਘਰ ਕਿੱਦਾਂ ਚਲਾਉਣਾ ਹੈ। ਮੇਰੇ ਖੁਦ ਦੇ 2 ਬੱਚੇ ਨੇ, ਠੀਕ ਹੈ, ਮੈਨੂੰ ਪਤਾ ਕਿ ਮੈਂ ਉਹਨਾਂ ਨੂੰ ਪੜ੍ਹਾਉਣਾ ਤਾਂ ਕਿੱਦਾਂ ਪੜ੍ਹਾਊਂਗਾ ਹੁਣ, ਕਿਉਂ ਕੰਮ ਤਾਂ ਸਾਡੇ ਕੋਲ ਕੋਈ ਰਿਹਾ ਨਹੀਂ ਹੈ, ਠੀਕ ਹੈ। ਹੁਣ ਬਾਕੀ ਜੇ ਮੰਨ ਲਾ ਸਾਨੂੰ ਮੇਨ ਹੈਗਾ ਜੌਬ ਦਾ, ਸਾਨੂੰ ਜੌਬ ਦੇ ਦੇਣ, ਸਾਨੂੰ 3 ਮਹੀਨਿਆਂ ਦੀ ਤਨਖਾਹ ਵੀ ਨਹੀਂ ਚਾਹੀਦੀ, ਸਾਡਾ ਘਰ ਚੱਲਦਾ ਹੋ ਜਾਏਗਾ। ਕਮਾਉਣ ਵਾਲਾ ਹੋਰ ਕੋਈ ਹੈ ਘਰੇ? ਨਹੀਂ ਹੋਰ ਕੋਈ ਨਹੀਂ, ਬਾਪੂ ਆ ਘਰੇ, ਉਹਦੇ ਸੱਟ ਲੱਗੀ ਹੋਈ ਹੈ, ਉਹ ਵੀ ਮੰਜੇ ਤੇ ਨੇ? ਉਹ ਵੀ ਦਵਾਈ ਦਾ ਖਰਚਾ? ਹਾਂਜੀ ਉਹ ਵੀ ਮੇਰੇ ਤੇ ਹੈ ਜੀ। ਮੇਰੀ ਵਾਈਫ ਵੀ ਬਿਮਾਰ ਰਹਿੰਦੀ ਆ, ਪੂਰਾ ਮਾਲਾ ਸਾਰਾ ਘਰ ਦਾ ਖਰਚਾ ਹੀ ਮੇਰੇ ਤੇ ਚੱਲਦਾ। ਫਿਰ ਨੌਕਰੀ ਮਿਲ ਜੂ ਇੱਕ ਦਿਨ ਦੇ? ਨਾ ਕੋਈ ਨਹੀਂ, ਉਮੀਦ ਨਹੀਂ ਹੈ ਜੀ। ਮਾਲਾ ਪਹਿਲਾਂ ਵੀ ਅਸੀਂ ਘੱਟੋ ਘੱਟ ਨਾ ਵਾਲੇ 2-3 ਮਹੀਨੇ ਧੱਕੇ ਖਾਦੇ ਆ, ਫਿਰ ਜਾ ਕੇ ਨੌਕਰੀ ਮਿਲੀ। ਅੱਧੇ ਟਾਈਮ 'ਚ ਨੌਕਰੀ ਨਹੀਂ ਮਿਲਦੀ, ਜੇ ਮਿਲੇਗੀ ਵੀ ਉਹੀ ਕੋਈ 4-5 ਹਜ਼ਾਰ ਰੁਪਈਆ, ਤੁਹਾਨੂੰ ਪਤਾ ਅੱਧੇ ਟਾਈਮ 4-5 ਹਜ਼ਾਰ ਨੂੰ ਕੁਝ ਨਹੀਂ ਬਣਦਾ। ਅਸੀਂ ਅੱਜ ਬੱਚਿਆਂ ਦੀ ਕਿੱਦਾਂ ਪੜ੍ਹਾਈ ਕਰਾਵਾਂਗੇ ਜਾਂ ਘਰ ਕਿੱਦਾਂ ਚਲਾਵਾਂਗੇ, ਦਵਾਈ ਬੂਟੀ ਕਿੱਦਾਂ ਲਵਾਂਗੇ, ਕੁਝ ਪਤਾ ਨਹੀਂ ਹੈ ਸਾਨੂੰ ਆਉਣ ਦੇ ਟਾਈਮ ਦਾ। ਇਹ ਕਹਾਣੀ ਤੁਰਨਾ, ਤੁਸੀਂ ਵੀ ਇਹਦੇ ਵਿੱਚ ਹੀ ਹੋ, ਤੁਸੀਂ ਵੀ ਇਹਨਾਂ ਵਿੱਚ ਹੀ ਹੋ। ਕਿਵੇਂ ਲੱਗਦਾ ਕਿ 5-4 ਦਿਨ ਪਹਿਲਾਂ ਦੀ ਗੱਲ ਕਰ ਲਈਏ, ਉਹ ਤਾਂ ਇੱਕ ਰੁਜ਼ਗਾਰ ਸੀ, ਅੱਜ ਬੇਰੁਜ਼ਗਾਰ? ਸਰ ਆਈ ਆ ਜੀ, ਹੁਣ ਦੇਖੋ ਕੀ ਗੱਲ ਸੁਣਿਆ, ਇੱਕ ਮੈਸੇਜ ਆਉਂਦਾ ਜੀ 2 ਵਜੇ ਕਿ ਤੁਹਾਨੂੰ ਇੱਕ ਲਿਸਟ ਜਾਰੀ ਹੋਊਗੀ, ਉਹ ਲਿਸਟ ਵਿੱਚ ਜਿਨ੍ਹਾਂ ਦੇ ਨਾਮ ਆਉਣਗੇ ਉਹ ਕੱਲ੍ਹ ਤੋਂ ਡਿਊਟੀ ਤੇ ਆਉਣਗੇ, ਦੂਜੇ ਡਿਊਟੀ ਤੇ ਨਹੀਂ ਆਉਂਦੇ। 4 ਵਜੇ ਮੈਸੇਜ ਆਊਗਾ ਜੀ, ਲਿਸਟ ਅਸੀਂ ਦੇਖ ਲਈ, ਕਿਹਨਾਂ ਦੇ ਨਹੀਂ ਹੈਗੇ ਉਹਨਾਂ ਦੇ ਤਾਂ ਮੂੰਹ ਹੀ ਉੱਡਣੇ ਆ, ਕੀ ਕਰ ਸਕਦੇ ਆ। ਇਹ ਤੇ ਘਰ ਚੱਲਦਾ ਸੀਗਾ ਜੀ, ਰਾਮਾ ਮੰਡੀ ਕੋਲੋਂ ਮਾਨ ਵਾਲਾ ਪਿੰਡ ਆ ਜੀ, 27-28 ਕਿਲੋਮੀਟਰ ਦੂਰ ਮੈਂ ਇੱਥੇ ਆਉਂਦਾ ਸੀਗਾ ਜੌਬ ਕਰਨ ਜੀ। ਰਾਤ ਨੂੰ ਜਾਂਦਾ ਸੀਗਾ, ਇਕੱਲਾ ਜਾਂਦਾ ਸੀ। ਅੱਜ ਕੱਲ੍ਹ ਹਾਲਾਤ ਵੀ ਮਾੜੇ ਆ ਜੀ, ਇਹਦੇ ਸਿਰ ਤੇ ਘਰ ਚਲਾਉਂਦੇ ਸੀਗੇ ਤੇ ਇਹਨਾਂ ਨੇ ਬੇਰੁਜ਼ਗਾਰ ਕਰਤਾ ਜੀ ਸਾਨੂੰ ਸਾਰੇ ਬਈ ਗ੍ਰੈਜੂਏਟ ਆ। ਹਾਂ ਤੇਰੀ ਕਿੰਨੀ ਸਟੱਡੀ ਆ ਤੇਰੀ? ਮੇਰੀ ਤਾਂ ਗ੍ਰੈਜੂਏਸ਼ਨ ਚੱਲੀ ਜਾਂਦੀ ਆ ਬਈ। ਆਈਲੈਟਸ ਕਈ ਮੁੰਡੇ ਤਾਂ ਇੱਥੇ ਆਈਲੈਟਸ ਕੀਤੇ ਹੋਏ ਆ ਬਈ। ਮੇਰੇ ਆਪ ਦੇ ਵੀਰੇ ਸਾਰੇ ਕੀਤੀ ਹੋਈ ਆ, ਮੇਰੇ 6 ਬੈਂਡ ਆਏ ਹੋਏ ਆ। ਹਾਂਜੀ ਮੈਂ ਡੱਬਲੀ ਤੋਂ ਆਇਆ, ਮੇਰਾ ਨਾਮ ਮਨਵਿੰਦਰ ਸਿੰਘ ਹੈ। ਪਹਿਲਾਂ ਅਸੀਂ ਐਨਐਸਓ ਸਟੋਰ ਜਦੋਂ ਲਾਂਚ ਹੋ ਰਹੇ ਸੀ ਨਾ, ਸਮਾਰਟ ਪੁਆਇੰਟ ਤੇ ਐਨਐਸਓ ਬਾਜ਼ਾਰ ਕੋਈ ਵੀ, ਉਹਦੇ ਵਿੱਚ ਅਸੀਂ ਮਤਲਬ ਇਹਨਾਂ ਨੂੰ ਮੰਨ ਲਓ ਡਿਊਟੀ ਟਾਈਮ ਵੈਸੇ ਪੀਰੀਅਡ ਹੈਗਾ 9 ਘੰਟੇ ਦਾ, 12 ਕਰਤੀ, 12 ਤੋਂ ਬਾਅਦ ਇਹਨਾਂ ਨੇ ਫਿਰ 24 ਘੰਟੇ ਕਰਵਾਈ ਲਗਾਤਾਰ। ਕਹਿੰਦੇ ਵੀ ਬੰਦੇ ਦੀ ਡਿਊਟੀ ਕਹਿੰਦਾ ਮਹੀਨੇ ਦੇ 30 ਦਿਨ ਦੀ ਹੁੰਦੀ ਹੈ, ਸਾਡੀਆਂ ਡਬਲ ਓਟੀ ਜਾ ਕੇ 45 ਦਿਨਾਂ ਦੀਆਂ ਡਿਊਟੀਆਂ ਜਾਂਦੀਆਂ ਸੀ ਸਾਡੀਆਂ। ਜਦੋਂ ਤੱਕ ਸਾਨੂੰ ਰਿਲਾਇੰਸ ਨਹੀਂ, ਸਾਡੀ ਲੋੜ ਸੀ, ਉੱਥੋਂ ਤੱਕ ਸਾਨੂੰ ਵਰਤਿਆ। ਜਦੋਂ ਹੁਣ ਸਾਡੀ ਮਤਲਬ ਪਤਾ ਲੱਗ ਗਿਆ ਵੀ ਸਾਡਾ ਬਿਜ਼ਨਸ ਸੈਟਅਪ ਹੋ ਗਿਆ ਜਾਂ ਸਾਡਾ ਚੱਲਣ ਲੱਗ ਗਿਆ, ਇਸ ਤੋਂ ਬਾਅਦ ਸਾਨੂੰ ਕੱਢ ਕੇ ਮਾਰਿਆ। ਸਾਡੇ ਪਰਿਵਾਰ 'ਚ ਮੈਂ ਹੀ ਇੱਕ ਕਮਾਉਣ ਵਾਲਾ ਹੈਗਾ, ਇਸ ਤੋਂ ਇਲਾਵਾ ਕੋਈ ਹੈ ਨਹੀਂਗਾ। ਤਾਂ ਇਹੀ ਅਸੀਂ ਮੰਗ ਕਰਦੇ ਹਾਂ ਵੀ ਤੁਹਾਡੇ ਜ਼ਰੀਏ ਵੀ ਜਾਂ ਤਾਂ ਸਾਨੂੰ ਡਿਊਟੀ ਤੇ ਸਾਨੂੰ ਬਹਾਲ ਕੀਤਾ ਜਾਵੇ, ਅਗਰ ਨਹੀਂ ਹੈ ਤਾਂ ਅਸੀਂ ਹੁਣ ਇਦੋਂ ਅੱਗੇ ਕੋਈ ਰੁਜ਼ਗਾਰ ਨਹੀਂ ਕਰ ਸਕਦੇ ਦੇਖੇ, ਤਾਂ ਸਾਨੂੰ 3 ਮਹੀਨੇ ਦਾ ਜਿਹੜਾ ਸੈਲਰੀ ਬਣਦਾ ਓਟੀ ਦੇ ਹਿਸਾਬ ਨਾਲ ਉਹ ਸਾਨੂੰ ਦਿੱਤਾ ਜਾਵੇ। ਜਿਹੜੀ 12 ਘੰਟੇ ਦੀ ਸੈਲਰੀ ਦਿੱਤੀ ਜਾਵੇ ਸਰ, ਕਿਉਂਕਿ ਅਸੀਂ ਸ਼ੁਰੂ ਤੋਂ ਹੀ 12 ਘੰਟੇ ਡਿਊਟੀ ਕੀਤੀ ਹੈ। ਹੁਣ ਕਹਿੰਦੇ ਤੁਹਾਨੂੰ 8 ਘੰਟੇ ਦੀ ਸੈਲਰੀ ਦੇਵਾਂਗੇ, ਉਹ ਵੀ 1 ਮਹੀਨੇ ਦੀ। ਪਰ ਇਹ 8000 ਨਾਲ ਸਰ ਕੀ ਬਣੂਗਾ? ਸਾਨੂੰ 15 ਤਰੀਕ ਤੋਂ ਕੱਢਿਆ ਗਿਆ ਤੇ 15 ਤੋਂ ਅਸੀਂ ਲਗਾਤਾਰ ਟਰਾਈ ਕਰ ਰਹੇ ਹਾਂ, ਪਰ ਸਾਡਾ ਕਿਤੇ ਵੀ ਜੌਬ ਦਾ ਹੋਰ ਨਹੀਂ ਬਣ ਰਿਹਾ। ਠੀਕ ਹੈ ਜੀ, ਹੁਣ ਤੁਸੀਂ ਆਪ ਹਿਸਾਬ ਲਾਓ ਵੀ ਕੀ ਪਤਾ ਅੱਗੇ 15 ਦਿਨ ਹੋਰ ਲੱਗ ਸਕਦੇ ਆ ਜਾਂ ਮਹੀਨਾ ਵੀ ਟੱਪ ਸਕਦਾ, ਸਾਨੂੰ ਜੌਬ ਨਹੀਂ ਨਾ ਮਿਲੀ ਤਾਂ 8000 ਨਾਲ ਕੋਈ ਸਾਰਾ ਸਿਸਟਮ ਖਰਾਬ ਹੋ ਜਾਂਦਾ ਜੀ। ਸੋ ਇਹ ਉਹ ਨੌਜਵਾਨੀਆਂ ਜਿਹੜੀ, ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀ ਹੈ ਕਿ 5-4 ਦਿਨ ਪਹਿਲਾਂ ਰੁਜ਼ਗਾਰ ਦੇ ਵਿੱਚ ਸੀ, ਰੁਜ਼ਗਾਰ ਜਿਹੜਾ ਕੋਈ ਕਰ ਰਹੇ ਸੀ, ਪਰ ਅੱਜ ਸਾਰੇ ਬੇਰੁਜ਼ਗਾਰ ਨੇ। ਬਹੁਤਾਂ ਨੂੰ ਲੰਬਾ ਸਮਾਂ ਹੋ ਗਿਆ, 10-10 12-12 ਸਾਲ ਹੋ ਗਏ ਇੱਥੇ ਹੀ। ਕਹਿੰਦੇ ਨੇ ਕਿ ਜਦੋਂ ਸਾਡੀ ਜ਼ਰੂਰਤ ਸੀ, ਜਦੋਂ ਅਸੀਂ ਕੰਮ ਜਿਹੜਾ ਹੈਗਾ ਕਰਿਆ ਸੀ ਤਾਂ ਇੱਥੇ ਸੀ। ਹੁਣ ਸਾਡੀਆਂ ਤਨਖਾਹਾਂ ਵੀ ਚੰਗੀਆਂ ਸੀ, ਪਰ ਅੱਜ ਸਾਨੂੰ ਕੱਢ ਕੇ ਜਿਹੜਾ ਉਹ ਝਟਪਟ ਦੇਣੇ ਬਾਹਰ ਮਾਰਿਆ। ਸ਼ਾਇਦ ਇਹ ਕਿਸੇ ਕਾਨੂੰਨ ਦੇ ਵਿੱਚ ਨਹੀਂ, ਕਿਸੇ ਲਿਖਤ ਦੇ ਵਿੱਚ ਨਹੀਂ ਕਿ ਜਦੋਂ ਤੁਸੀਂ ਕਿਸੇ ਨੂੰ ਕੱਢਣਾ ਆ ਤਾਂ ਝਟਪਟ ਸਿਰਫ ਤੇ ਸਿਰਫ ਇੱਕ ਮੈਸੇਜ ਤੇ ਇੱਕ ਸੁਨੇਹੇ ਤੇ ਤੁਸੀਂ ਉਹਨਾਂ ਨੂੰ ਕੱਢ ਕੇ ਜਿਹੜਾ ਉਹ ਬਾਹਰ ਮਾਰ ਸਕਦੇ ਹੋ। ਨੌਕਰੀਆਂ 12-12 ਘੰਟੇ 11-11 ਘੰਟੇ ਜਿਹੜੀਆਂ ਕੀਤੀਆਂ ਨੇ, ਪਰ ਤਨਖਾਹ ਕਹਿੰਦੇ ਨੇ ਉਹ ਸਿਰਫ 8 ਘੰਟਿਆਂ ਦੀ ਮਹਿਜ਼ ਜਿਹੜੀ ਆ ਉਹ 8 ਘੰਟੇ ਦੀ ਆਈ ਆ। ਬਹੁਤੇ ਅਜਿਹੇ ਨੇ ਜਿਨ੍ਹਾਂ ਦਾ ਘਰ ਜਿਹੜਾ ਆ ਉਹ ਇੱਥੋਂ ਹੀ ਚੱਲਦਾ ਆ। ਇਹ ਜੇਕਰ ਨੌਕਰੀ ਕਰਨਗੇ, ਜੇਕਰ 4 ਪੈਸੇ ਆਉਣਗੇ ਤਾਂ ਘਰ ਇੱਥੋਂ ਹੀ ਚੱਲਣਾ ਆ।
ਤੇ ਜੇਕਰ ਅੱਜ ਇਹਨਾਂ ਦੀ ਨੌਕਰੀ ਇਹਨਾਂ ਦੇ ਹੱਥ ਦੇ ਵਿੱਚ ਨਹੀਂ ਤਾਂ ਸ਼ਾਇਦ ਇਹਨਾਂ ਨੂੰ ਵੀ ਇਹ ਸੋਚ ਆ ਕਿ ਕੱਲ ਨੂੰ ਸਾਡਾ ਬਣੂਗਾ ਕੀ, ਕੱਲ ਨੂੰ ਸਾਡਾ ਘਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦੇ ਨਾਲ ਚੱਲੂਗਾ। ਪੱਖ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਾਰਨ ਕੀ ਰਹੇ ਨੇ, ਕਿਉਂ ਜਿਹੜਾ ਕੱਢਿਆ। ਆਲਾ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ। ਆਪਣੇ ਦੋਸਤ ਜਸ ਕਰੇ ਪਾਉਂਦੇ ਹੋ ਇਜਾਜ਼ਤ। ਧੰਨਵਾਦ ਜੀ। ਹੈਲੋ, ਰਾਜੇਸ਼ ਜੀ ਗੱਲ ਕਰ ਰਹੇ ਹੋ? हाँ जी, ਸਤਿ ਸ਼੍ਰੀ ਅਕਾਲ ਰਾਜੇਸ਼ ਜੀ। नमस्कार साहब, बोलिए। ਜਸ ਗਰੇਵਾਲ ਗੱਲ ਕਰ ਰਹੇ ਹਾਂ ਜੀ ਆਰਐਮਬੀ ਟੈਲੀਵਿਜ਼ਨ ਤੋਂ। हाँ बोलो साहब। ਅੱਛਾ, ਇੱਕ ਇਹ ਆ ਜੀ ਤੁਹਾਡੇ ਨਾ ਕੁਝ ਕੇ EMPLOYE ਜਿਹੜੇ ਨੇ ਉਹ ਕੱਢੇ ਗਏ ਨੇ, ਹੈਨਾ? ਬਠਿੰਡੇ ਤੋਂ ਮੇ ਵੀ ਸਰ ਮੇਰੇ ਅਮਨਦੀਪ ਅੱਜ ਇਕੱਠ ਵੀ ਕੀਤਾ ਹੋਇਆ ਉਹਨਾਂ ਨੇ, ਤੇ ਉਹ ਤਾਂ ਕਿ ਅਸੀਂ ਉੱਥੇ ਕਵਰ ਕਰਕੇ ਆਏ ਸੀ। ਉਹ ਤਾਂ ਹੀ ਸੀ ਤੁਹਾਡਾ ਪੱਖ ਜਾਣਨਾ ਵੀ ਉਹ ਕਿਉਂ, ਕਿਸ ਕਾਰਨ ਕਰਕੇ ਕੱਢੇ ਆ ਜੀ। सर देखो, ये ऑप्टिमाइजेशन है, स्ट्रेंथ अभी कम हुई है कुछ महीनों के लिए, क्योंकि वर्क ऑर्डर में बजट नहीं है सर। ओके, इसके आप जब सुनो सर, पहले मेरी गल सुन लो। जी जी जी, मैं आपकी पूरी, जब मेरे पास पैसा ही नहीं होगा तो मैं बच्चों को तनख्वाह कैसे दूंगा साहब? अब मेरे पास ये कई दिनों से नौकरी कर रहे हैं और वफादारी से नौकरी कर रहे हैं। मैंने इनको बोला है, देखो मेरे पास वैकेंसी है, बनूर में है, राजपुरा में है, और मेरे दूसरे एरिया में भी है, बादली में है, झज्जर में। जिसने नौकरी करनी है, पहले तो देखो सर, हम स्टेट टू स्टेट ट्रांसफर करेंगे, है ना, तो दिक्कत आ जाएगी। पंजाब टू पंजाब आएंगे तो दिक्कत है, पर ये लोग आएंगे नहीं सर, क्योंकि जो बठिंडा रहेगा वो राजपुरा में कैसे आ जाएगा सर, ये आपको भी पता है। तो ये वहाँ पे अभी ड्यूटी कम कर दी है और स्ट्रेंथ कम कर दी है, क्योंकि हमारे पास पैसा नहीं है तनख्वाह देने को। ओके, अच्छा, एक हमारे पास जो पैसा था जी, हमने एज पर गवर्नमेंट लॉ के हिसाब से इनको 1 महीने का नोटिस पीरियड का पैसा कल डाल दिया है। ਪਰ ਉਹ ਕਹਿੰਦੇ ਕਿ ਘੱਟ ਨੂੰ ਆਇਆ, ਹਰ ਇੱਕ ਨੂੰ ਸਾਰਿਆਂ ਕੋਲੇ ਨਹੀਂ ਆਇਆ, ਤੇ ਉਹ ਘੱਟ ਕੁਝ ਕੁ ਲੋਕਾਂ ਕੋਲ ਹੀ ਆਇਆ ਹਾਲੇ ਤੱਕ। ऐसे नहीं, पूछो सर, पूछो। मैं झूठ बोल रहा हूँ तो आप मेरे को बुला लेना, मैं आ जाऊंगा। ਉਹ ਕਹਿੰਦੇ ਕੁਝ ਕੁ ਲੋਕ। ਦੂਜੀ ਇੱਕ ਗੱਲ ਹੋਰ ਆ, ਉਹ ਕਹਿੰਦੇ ਉਹ ਸਾਨੂੰ 8 ਕੁਝ ਜਿਨ੍ਹਾਂ ਨੂੰ ਵੀ ਆ ਰਿਹਾ ਉਹ 8 ਘੰਟਿਆਂ ਦਾ ਆ ਰਿਹਾ, ਪਰ ਅਸੀਂ ਤਾਂ 12 ਘੰਟੇ ਨੌਕਰੀ ਕੀਤੀ ਆ। लेबर जो क्लो होता है वो बेसिक, देखो वो हमारी एक रिक्वायरमेंट है सर। जैसे आप भी एक चैनल में काम कर रहे हो, 8 घंटे का नौकरी होती है जी जी। अगर आप 12 घंटे करोगे तो आपको 12 घंटे का पैसा मिलेगा। जब जो नोटिस पीरियड का पैसा होता है वो हमें एज पर लेबर लॉ के हिसाब से चलना पड़ता है सर। ਅੱਛਾ, ਇੱਕ ਚੀਜ਼ ਇਹਨਾਂ ਨੂੰ ਤੁਸੀਂ 1 ਮਹੀਨੇ ਦਾ ਨੋਟਿਸ, ਉਹ ਕਹਿੰਦੇ ਨੇ ਕਿ ਸਾਨੂੰ ਨੋਟਿਸ ਅਸੀਂ ਪਹਿਲਾਂ ਪੁੱਛਦੇ ਵੀ ਰਹੇ, ਸਾਨੂੰ ਪਹਿਲਾਂ ਨਹੀਂ ਦੱਸਿਆ ਵੀ ਤੁਹਾਨੂੰ ਕੱਢਾਂਗੇ, ਕਿ ਨਹੀਂ ਤੁਹਾਡੀ ਐਡਜਸਟਮੈਂਟ ਕਰਾਂਗੇ। ਕਹਿੰਦੇ ਹੁਣ ਇੱਕਦਮ ਸਾਨੂੰ। सुनो मेरी बात सर, मेरे पास लिस्ट भी कल आई थी, 4 बजे के आसपास मेरे पास लिस्ट आई है, 2 और 4 के बीच में। भाई हमने इन लोगों के बच्चों का नाम भी तो लिखना है ना, कोई केरा बंदा मुंडा रह रहा है, कोई कौन सा जा रहा है, जो रह रहे हैं उनको लिस्ट अलग कर दिया, जिनका नहीं था उनका तुरंत पैसा डाला रात को 7 बजे के आसपास। भाई हमने किसी का पैसा नहीं रहा, कल को ये ना बोले भाई मेरे को निकाल दिया है। भाई हमारे को हमने हटा भी दिया है और उसका पैसा भी नहीं दिया। और अभी भी मेरी सुनो मेरी गल, मेरी अभी भी एक जसविंदर सर है वहाँ पे, जो हमारा LP है, हमने उसको भी बोला बेटा तेरी तनख्वाह भी 4 या 5 तारीख को आ जाएगी, क्योंकि देखो अभी एक आदमी की अटेंडेंस भी तो इकट्ठी करनी पड़ेगी ना जी। बिल्कुल बिल्कुल, अटेंडेंस इकट्ठी करेंगे, फिर मर्ज करेंगे, फिर इनको पेमेंट दे देंगे। ਉਹ ਕਹਿੰਦੇ ਕਿ ਅੱਛਾ ਜਿਹੜੇ ਤੁਸੀਂ ਰੱਖੇ ਨੇ, ਜਿਹੜੇ 64 ਰੱਖੇ ਨੇ, ਸ਼ਾਇਦ ਮੇ ਵੀ ਕੋਈ 64 ਰੱਖੇ ਨੇ, ਬਾਕੀ ਕੱਢਤੇ, ਹਨਾ, ਇਦਾਂ ਹੀ ਕੁਝ। ਉਹ ਕਹਿੰਦੇ ਜੀ लिस्ट किन्ना वालों बन के, ਉਹ ਲਿਸਟ ਕਿੰਨਾ ਵੱਲੋਂ ਬਣ ਕੇ ਆਈ ਸੀ? वो ऊपर से बन के आती है जी ਉੱਪਰ। ਪਰ ਉਹ ਕਹਿੰਦੇ ਵੀ ਉਹਦੇ ਵਿੱਚ ਵੀ ਕੋਈ ਪੱਖਪਾਤ ਹੋਇਆ, मतलब ਆਪਦੇ ਜਿਹੜੇ ਸਕੇ ਸੀ ਉਹ ਰੱਖ ਲਏ। मैं नहीं कह सकता सर, देखो हम तो हुक्म के गुलाम है सर। जैसे हमारे पास लिस्ट आई है, हमने वो लिस्ट को फॉलो किया है सर, लिस्ट को फॉलो किया है। हाँ, अभी इनमें से कोई बंदे हैं, सुने ना जी, मैं अगर आपके थ्रू भी कह रहे हूँ जी, अगर आपकी बात मानते हैं तो मैंने अमनदीप साहब को भी वही बोला, आपको भी बोला जी। अभी आपने बादली का नाम सुना होगा, झज्जर में अपनी बादली है जी, वहाँ पे मेरे पास 100 गार्ड की रिक्वायरमेंट है, 8 घंटे की सैलरी है, 12,000 रुपए तनख्वाह है, कट कुटा के पूरे महीने की जी। अगर कोई आना चाहता, एज पर गवर्नमेंट लॉ के हिसाब से बोल रहा हूँ सर मैं, जो हमारे वहाँ प्रेजेंट गार्ड है ना, उनकी सैलरी भी 12,000 रुपए है 30 दिन की, और इनकी भी 12,000 रुपए। अगर ये 4 दिन ऑफ करेंगे तो उनकी सैलरी आ जाएगी 10,231 रुपए PF ESI कट के जी। अगर कोई करना चाहता है तो आ जाए, वेलकम है हमारे लिए, ठीक है। फिर बाकी अगर बनूर में जाना चाहते हैं या राजपुरा में जाना चाहते हैं, 8 घंटे की सैलरी एज पर गवर्नमेंट लॉ है सर। ਅੱਛਾ, ਹੁਣ ਇੱਕ ਚੀਜ਼ ਆ, मतलब ਇਹਨਾਂ ਨੂੰ ਪੱਕੇ ਤੌਰ ਤੇ ਕੱਢਤਾ ਹੁਣ ਕਿ ਜਿੱਥੇ ਨੌਕਰੀ ਕਰ ਰਹੇ ਇੱਥੇ ਨਹੀਂ ਰੱਖ ਸਕਦੇ।
नहीं अभी क्या है सर, नौकरी मैं वही कह रहे हैं, जब मेरे पास वहाँ पे कुछ है ही नहीं तो मैं क्या दूंगा बताओ आप, तनख्वाह कहाँ से दूंगा सर, ये बताओ ना। जब मेरे पास वहाँ पोस्ट ही खाली है ना, ये 3-4 महीने के लिए है सर। अच्छा, 4-5 महीने बाद हमारे को दोबारा इनकी जरूरत पड़नी है। ਓਕੇ। ਅੱਛਾ, ਇਹ ਜਿਹੜੇ ਤੁਸੀਂ ਕਹਿ ਰਹੇ ਹੋ ਉੱਪਰੋਂ ਆਇਆ, ਇਹ ਉੱਪਰੋਂ ਮਤਲਬ ਤੇ ਰੱਖੇ ਤਾਂ ਸ਼ਾਇਦ ਤੁਹਾਡੀ ਕੰਪਨੀ ਵੱਲੋਂ ਸੀ, ਉੱਪਰੋਂ ਤੁਹਾਨੂੰ ਰਿਲਾਇੰਸ ਵੱਲੋਂ ਜਾਂ ਕਿੰਨਾ ਵੱਲੋਂ ਆਇਆ? हमें तो ऊपर से लिस्ट आती है साहब। ऊपर मतलब किस रिलायंस ਵੱਲੋਂ ਆਇਆ ਜਾਂ ਕਿੰਨਾ ਵੱਲੋਂ ਆਇਆ? हमारे पास बॉम्बे से आती है लिस्ट। हाँ वही पूछ रहे, बॉम्बे मतलब केड़ी कंपनी ਵੱਲੋਂ, रिलायंस ਵੱਲੋਂ ਆਇਆ ਜਾਂ ਕਿੰਨਾ ਵੱਲੋਂ ਆਇਆ? वो रिलायंस के ही बंदे देंगे ना साहब लिस्ट। अच्छा ओके, रिलायंस ਉਹਨਾਂ ਵੱਲੋਂ ਹੀ ਆਇਆ ਤੁਹਾਨੂੰ? हाँ भाई सर, लिस्ट हमेशा देखो, जैसे ये बंदे लगने हैं, अब हम ओपन भर्ती करते हैं, भाई ये साहब ये बंदा है, देखो अच्छा है तो आप रख लो, ट्रेनिंग वगैरह करा के हम चेक करा लेते हैं जी। तो जो फिट होता है तो हम उनको बोलते हैं भाई साहब ये लिस्ट है, ये बंदे नए आए हैं, लगाने हैं तो बताओ, उन्होंने बोलना लगा देना जी। हम तो हर चीज शेयर करते हैं ना सर, हम अपनी इच्छा से कुछ नहीं करते जी। हाँ अभी अगर आप पंजाब में आप बोल रहे हो जिसको नौकरी करनी है, मैं फिर कह रहे हैं पनूर में 8 घंटे की नौकरी है, 11,640 रुपए 26 दिन की नौकरी है। ਮਤਲਬ ਇੱਕ ਚੀਜ਼ ਹੋ ਰਹਾ ਇੱਥੇ, ਇੱਕ ਚੀਜ਼ ਹੋ ਰਹਾ ਮਤਲਬ ਜਿਹੜੇ ਤੁਸੀਂ ਹੁਣ ਇਹਨਾਂ ਨੂੰ ਕੱਢਿਆਗਾ ਸਾਰਿਆਂ ਦੀ ਸੈਲਰੀ, ਮਤਲਬ ਇਹ ਹੈ ਵੀ ਇੱਕ ਦੀ ਵੀ ਨਹੀਂ ਰਹਿੰਦੀ, ਹਰ ਇੱਕ ਦੀ ਸੈਲਰੀ ਉਹ ਤੁਸੀਂ ਪਾਓਗੇ ਸ਼ੋਰ ਆ? ਤੁਸੀਂ ਕਹਿ ਰਹੇ ਹੋ ਕਿ ਮੈਂ ਸ਼ੋਰ 8 घंटे ਦੀ ਸੈਲਰੀ ਪਾਵਾਂਗਾ? जी देखो, हमने सबकी सैलरी देनी है। एक्सेल सिक्योरिटी कभी किसी का पैसा नहीं रखती है सर जी, और इनका पीएफ इनके अकाउंट में है, ये जाके आज चेक करें कल चेक करें, इनकी इच्छा है जी। हमारे पास सब जगह जितने भी बंदे हैं, सुन लेना सर, मैं दोबारा बोल रहा हूँ जी, किसी का एक्सेल सिक्योरिटी पैसा नहीं रखती है, सबको कैश पेमेंट नहीं देती है। जितने भी गार्ड हैं, 1 दिन लगा है या 2 साल पुराना या 6 महीने पुराना है, सबके अकाउंट में पैसा जाता है, सबका ESI जमा होता है, सबका PF जमा होता है। अपनी पासबुक डाउनलोड कर लेते हैं, बच्चों को पूरा ज्ञान देते हैं, किसी को रिटर्न में ज्ञान नहीं देते हैं सर। ठीक है, पर वो जी हाँ जी बताइए। ਉਹ ਕਹਿੰਦੇ ਵੀ ਇੱਕ ਚੀਜ਼ ਹੋਰ ਕਹਿੰਦੇ ਸੀ 12 ਸਾਲਾਂ ਤੋਂ ਨੌਕਰੀਆਂ ਕਰ ਰਹੀ, ਸਾਡੇ ਬਾਰੇ ਇੱਕ ਪਲ ਵੀ ਨਹੀਂ ਸੋਚਿਆ ਵੀ ਅਸੀਂ ਹੁਣ 40 ਸਾਲ ਦੇ ਹੋ ਗਏ, ਅਸੀਂ ਹੁਣ ਕਿੱਥੇ ਜਾਈਏ, ਕੀ ਕਰਾਂਗੇ, ਅਸੀਂ ਘਰ ਕਿਵੇਂ ਚੱਲੂਗਾ ਸਾਡਾ? सर नहीं, जो है उनको सब मिलेगा, उनका हक मिलेगा, कोई ऐसा नहीं है जो 10 साल से नौकरी कर रहा है या 2 साल से नौकरी कर रहा है। पहले तो सुनो मेरी बात सर जी, अभी हमने इनको नोटिस पीरियड का पैसा दिया, पहले समझना ध्यान से जी। उसके बाद हम इसको सैलरी देंगे जी, उसके थोड़े दिन बाद हम इनको जो बनता है वो देंगे जी। पैसा इनका, जैसे अभी क्या है गवर्नमेंट की रेट रिवाइज होते हैं, वो भी पैसा जाता है जी। ये नहीं है कि एक्सेल सिक्योरिटी इन लोगों का पैसा रख लेगी। पूछो लड़कों से जी। आप पैसे पहले जो भी मुंडे ने आपको ये बात बोली है उससे पूछना कि आपका पैसा कभी रखा है एजेंसी ने जी। ये बहुत पुराने, इनको पता भी नहीं होता, हम वो भी पैसा डालते हैं सर। ओके, हाँ हम किसी का पैसा नहीं रखते हैं सर जी जी जी, और ना हमें चाहिए जी। ठीक है, क्योंकि देखो भगवान की देर है ना जी। भाई, हमारे जो पैसा रिलायंस हमें देती है, हम बाइज्जत इनको बच्चों के जब नौकरी छोड़ भी जाता है उनके भी घर तक पैसा देते हैं जी। जी ठीक है, ठीक है ग्रोवर साहब, जी जी समझता, बहुत बहुत धन्यवाद ग्रोवर साहब।